ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਗੁਰਮਤ ਕਲਾਸ ਵਿੱਚ। ਆਪ ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਸਭ ਮਾਈ ਭਾਈ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਇੱਕ ਦੂਜੇ ਦੇ ਨਾਲ ਮਿਲ ਕੇ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 30 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ 31 ਨੰਬਰ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਮਨੁੱਖ ਮਾਤਰ ਨੂੰ ਸਚਿਆਰ ਹੋਣ ਦੀ ਪ੍ਰੇਰਨਾ ਦਿੱਤੀ ਗਈ ਹੈ। ਗੋਲ ਦਿੱਤਾ ਗਿਆ ਹੈ ਹਰ ਮਨੁੱਖ ਨੂੰ ਕਿ ਹਰ ਮਨੁੱਖ ਸਚਿਆਰ ਹੋਵੇ, ਕਿਉਂਕਿ ਸਚਿਆਰ ਹੋਣ ਦੇ ਵਿੱਚ ਹੀ ਸੁੱਖ ਹੈ, ਸਚਿਆਰ ਹੋਣ ਦੇ ਵਿੱਚ ਹੀ ਖੁਸ਼ੀਆਂ ਨੇ, ਆਨੰਦ ਹੈ, ਪ੍ਰਸੰਨਤਾ ਹੈ, ਖੇੜਾ ਹੈ, ਵਿਗਾਸਤਾ ਹੈ, ਵਿਕਾਸਤਾ ਹੈ ਔਰ ਜੀਵਨ ਦੇ ਅੰਦਰ ਖੁਸ਼ੀਆਂ ਨੇ। ਸਚਿਆਰ ਹੋਣ ਦੇ ਅੰਦਰ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਔਰ ਮਨ, ਬਚਨ ਔਰ ਕਰਮ ਕਰਕੇ ਸੱਚੇ ਇਨਸਾਨ ਨੂੰ ਸਚਿਆਰ ਕਹਿੰਦੇ। ਸਚਿਆਰ ਇਨਸਾਨ ਵਿੱਚ ਔਰ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਸਚਿਆਰ ਇਨਸਾਨ ਰੱਬ ਵਰਗਾ ਹੀ ਹੋ ਜਾਂਦਾ ਹੈ, ਕਿਉਂਕਿ ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਰੱਬ ਨੂੰ ਵੀ ਸਚਿਆਰ ਕਿਹਾ ਹੈ। ਤੂੰ ਕਰਤਾ ਸਚਿਆਰ ਮੈਂ ਦਾਸਾਈ। ਸਚਿਆਰ ਹੋਣ ਵਾਸਤੇ ਕਿਸੇ ਕਰਮ ਕਾਂਡ ਕਰਨ ਦੀ ਲੋੜ ਨਹੀਂ, ਨਾ ਹੀ ਕਰਮ ਕਾਂਡਾਂ ਦੇ ਨਾਲ ਸਚਿਆਰ ਹੋਇਆ ਜਾ ਸਕਦਾ ਹੈ। ਜਪਜੀ ਸਾਹਿਬ ਜੀ ਦੀਆਂ ਆਰੰਭਕ ਪੰਕਤੀਆਂ ਦੇ ਵਿੱਚ ਅਸੀਂ ਇਹ ਸਾਰੀਆਂ ਚੀਜ਼ਾਂ ਵਿਚਾਰ ਰਹੇ ਹਾਂ। ਸਚਿਆਰ ਹੋਣ ਵਾਸਤੇ ਇੱਕੋ ਇੱਕ ਸਾਧਨ ਹੈ ਤੇ ਉਹ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਜਦੋਂ ਤੋਂ ਇਹ ਸੰਸਾਰ ਹੋਂਦ ਵਿੱਚ ਆਇਆ ਹੈ, ਉਦੋਂ ਤੋਂ ਸਾਰੀ ਹਰ ਸ਼ੈ ਹੁਕਮ ਦੇ ਅੰਦਰ ਚੱਲ ਰਹੀ ਹੈ, ਸਿਸਟਮ ਦੇ ਅੰਦਰ ਚੱਲ ਰਹੀ ਹੈ। ਤੇ ਹੁਕਮ ਦੇ ਅੰਦਰ ਜੀਣਾ, ਰੱਬੀ ਰਜ਼ਾ ਦੇ ਵਿੱਚ ਜੀਣਾ ਹੀ ਇੱਕੋ ਇੱਕ ਸਾਧਨ ਹੈ ਸਚਿਆਰ ਹੋਣ ਦਾ। ਕੱਲ ਅਸਾਂ ਵਿਚਾਰਿਆ ਸੀ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਯਾਨੀ ਸੰਸਾਰ ਦਾ ਰਚਨਹਾਰ, ਸੰਸਾਰ ਦਾ ਪਾਲਨਹਾਰ ਔਰ ਸੰਸਾਰ ਨੂੰ ਵਿਨਾਸ਼ ਕਰਨ ਵਾਲਾ ਇੱਕ ਹੀ ਹੈ। ਯਾਨੀ ਜਨਮ, ਜੀਵਨ ਔਰ ਮੌਤ ਇੱਕ ਦੇ ਹੱਥ ਵਿੱਚ ਹੀ ਹੈ, ਇੱਕ ਹੁਕਮ ਦੇ ਅੰਦਰ ਹੈ, ਇੱਕ ਸਿਸਟਮ ਦੇ ਅੰਦਰ ਹੈ। ਪ੍ਰਭੂ ਸਰਬ ਵਿਆਪਕ ਹੈ, ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ, ਇੱਕ ਦਾ ਹੀ ਇਹ ਸਾਰਾ ਪਸਾਰਾ ਹੈ ਔਰ ਉਹ ਪ੍ਰਭੂ ਹਰ ਥਾਂ ਦੇ ਉੱਤੇ ਹਰ ਇਨਸਾਨ ਨੂੰ ਵੇਖ ਰਿਹਾ ਹੈ, ਸਾਡੇ ਆਪਣੇ ਅੰਦਰ ਉਹ ਵੇਖ ਰਿਹਾ ਹੈ। ਤਾਂ ਆਮ ਇਨਸਾਨ ਉਸ ਨੂੰ ਵੇਖ ਨਹੀਂ ਪਾਉਂਦਾ। ਵੇਖ ਨਹੀਂ ਪਾਉਂਦਾ ਦਾ ਮਤਲਬ ਮਹਿਸੂਸ ਨਹੀਂ ਕਰਦਾ, ਪਹਿਚਾਨਦਾ ਨਹੀਂ, ਉਹਨਾਂ ਗੁਣਾਂ ਨੂੰ ਅਪਣਾਉਂਦਾ ਨਹੀਂ। ਉਹ ਗੁਣ ਸਾਡੇ ਸਾਰਿਆਂ ਦੇ ਅੰਦਰ ਨੇ ਜੋ ਅਸਾਂ ਮੂਲ ਮੰਤਰ ਵਿੱਚ ਪੜ੍ਹੇ ਨੇ। ਸਚਾਈ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਕਿਰਤ ਕਰਨਾ ਹੈ ਜਾਂ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਹੈ, ਗੁਰੂ ਗਿਆਨ ਦੀ ਵਰਤੋਂ ਕਰਨੀ ਹੈ, ਇਨਸਾਨੀਅਤ ਹੈ। ਇਹ ਸਾਰੇ ਦੇ ਸਾਰੇ ਗੁਣ ਹਰ ਇਨਸਾਨ ਦੇ ਅੰਦਰ ਮੌਜੂਦ ਨੇ। ਲੇਕਿਨ ਦੁਖਾਂਤ ਇਹ ਹੈ, ਵਿਡੰਬਨਾ ਇਹ ਹੈ ਕਿ ਮਨੁੱਖ ਇਹਨਾਂ ਗੁਣਾਂ ਦੀ ਵਰਤੋਂ ਨਹੀਂ ਕਰਦਾ। ਬਸ ਜਿਸ ਦਿਨ ਇਸ ਨੂੰ ਇਸ ਚੀਜ਼ ਦਾ ਗਿਆਨ ਹੋ ਗਿਆ, ਉਹ ਇਨਸਾਨ ਸਮਝ ਲਓ ਰੱਬ ਦੀ ਕਿਰਪਾ, ਗੁਰੂ ਦੀ ਰਹਿਮਤ ਦਾ ਪਾਤਰ ਬਣ ਗਿਆ। ਤੇ ਇਹਨਾਂ ਗੁਣਾਂ ਦੀ ਵਰਤੋਂ ਜਦੋਂ ਮਨ, ਬਚਨ ਔਰ ਕਰਮ ਕਰਕੇ ਕਰੇਗਾ ਤਾਂ ਉਦੋਂ ਇਹ ਰੱਬ ਦਾ ਹੀ ਰੂਪ ਹੋ ਜਾਏਗਾ। ਤਾਂ ਇੱਥੋਂ ਸਾਨੂੰ ਇਹ ਵੀ ਸਮਝ ਆਈ ਕਿ ਸੰਸਾਰ ਨੂੰ ਚਲਾਉਣ ਵਾਲੀਆਂ ਤਿੰਨ ਵੱਖਰੀਆਂ ਵੱਖਰੀਆਂ ਸ਼ਕਤੀਆਂ ਨਹੀਂ ਹਨ, ਕਿ ਕੋਈ ਇੱਕ ਸ਼ਕਤੀ ਸੰਸਾਰ ਨੂੰ ਪੈਦਾ ਕਰਦੀ ਹੈ, ਦੂਜਾ ਦੇਵਤਾ ਸੰਸਾਰ ਦੀ ਪਾਲਣਾ ਕਰਦਾ ਹੈ, ਤੀਜਾ ਦੇਵਤਾ ਸੰਸਾਰ ਦੀ ਲੈਤਾ ਕਰਦਾ ਹੈ। ਐਸਾ ਕੁਛ ਨਹੀਂ, ਇੱਕੋ ਹੀ ਹੈ ਔਰ ਉਹ ਸਰਬ ਵਿਆਪਕ ਹੈ। ਉਹਦਾ ਹੁਕਮ, ਉਹਦੀ ਰਜ਼ਾ, ਭਾਣਾ, ਲਾ ਆਫ ਨੇਚਰ ਜਾਂ ਕੁਦਰਤ ਦੇ ਨਿਯਮ ਨਿਯਮਾਵਲੀ ਹੀ ਸਾਰੇ ਸੰਸਾਰ ਨੂੰ ਚਲਾ ਰਿਹਾ। ਹੁਣ ਅਗਲੀ ਪੌੜੀ 31ਵੀਂ ਪੌੜੀ ਵਿੱਚ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ, ਆਸਣ ਲੋਏ ਲੋਏ ਭੰਡਾਰ। ਲੋਏ ਲੋਏ ਦਾ ਮਤਲਬ ਹਰ ਲੋਕ ਵਿੱਚ, ਪੂਰੀ ਦੁਨੀਆ ਵਿੱਚ, ਜਰਰੇ ਜਰਰੇ ਦੇ ਅੰਦਰ। ਆਸਣ ਦਾ ਮਤਲਬ ਉਹਦਾ ਘਰ, ਉਹਦਾ ਟਿਕਾਣਾ। ਜਿਵੇਂ ਆਮ ਯੋਗੀ ਜਨ ਆਸਣ ਲਗਾਉਂਦੇ ਨੇ, ਸਿੱਧ ਆਸਣ ਲਗਾਉਂਦੇ ਨੇ,
ਤੇ ਉਸ ਆਪਣੇ ਸਿੱਧ ਯੋਗੀ ਨੂੰ ਉਹ ਪੂਜਦੇ ਨੇ ਜਾਂ ਸਤਿਕਾਰ ਕਰਦੇ ਹਨ, ਜੋ ਵੀ ਉਹਨਾਂ ਦਾ ਸਾਧਨ ਹੈ ਯੋਗੀਆਂ ਦਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਰੱਬ ਕਿੱਥੇ ਹੈ, ਰੱਬ ਦਾ ਟਿਕਾਣਾ ਕਿੱਥੇ ਹੈ। ਆਮ ਲੋਕਾਂ ਨੇ ਮੰਨਿਆ ਸੀ ਕਿ ਰੱਬ ਦਾ ਟਿਕਾਣਾ ਇਸ ਕੁਦਰਤ ਤੋਂ ਕਿਤੇ ਬਾਹਰ ਆਕਾਸ਼ ਮੰਡਲਾਂ ਵਿੱਚ, ਅਰਸ਼ਾਂ ਕੁਰਸ਼ਾਂ ਵਿੱਚ, 7ਵੇਂ 8ਵੇਂ ਆਸਮਾਨ ਵਿੱਚ, ਕਿਸੇ ਵੀ ਵਿਸ਼ੇਸ਼ ਅਸਥਾਨ ਜੰਨਤ ਵਿੱਚ, ਜਾਂ ਕਿਤੇ ਸਵਰਗ ਵਿੱਚ, ਜਾਂ ਕਿਤੇ ਬੈਕੁੰਠ ਧਾਮ ਵਿੱਚ। ਤੇ ਜਿਵੇਂ ਅੱਜ ਕੱਲ ਅਸੀਂ ਵੀ, ਸਾਡੇ ਵਿੱਚ ਵੀ ਕਈ ਵੀਰ ਮੰਨਣ ਲੱਗ ਗਏ ਕਿ ਸੱਚਖੰਡ ਕਿਤੇ ਵੱਖਰਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਐਸਾ ਕੋਈ ਵੱਖਰਾ ਥਾਂ ਨਹੀਂ ਹੈ ਜਿੱਥੇ ਰੱਬ ਇੱਕ ਜਗ੍ਹਾ ਤੇ ਬੈਠ ਕੇ ਸੰਸਾਰ ਦੀ ਪਾਲਣਾ ਸੰਚਾਲਨ ਕਰਦਾ। ਕਿਉਂਕਿ ਜੇ ਇਹ ਚੀਜ਼ ਮੰਨ ਲਈ ਜਾਏ, ਜੇ ਮੰਨ ਲਈ ਜਾਏ ਕਿ ਉਹ ਕਿਤੇ ਵੱਖਰੇ ਆਕਾਸ਼ ਮੰਡਲਾਂ ਵਿੱਚ ਬੈਠਾ ਹੋਇਆ ਹੈ, ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਤਾਂ ਬਿਲਕੁਲ ਹੀ ਪਾਸੇ ਰਹਿ ਜਾਏਗਾ। ਗੁਰੂ ਪਾਤਸ਼ਾਹ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਦੇ ਵਿੱਚ ਹੀ ਬਚਨ ਕੀਤਾ ਹੈ, ਇੱਕ ਓੰਕਾਰ, ਇੱਕ ਸੰਸਾਰ ਦੇ ਅੰਦਰ ਫੈਲਿਆ ਹੋਇਆ ਹੈ, ਇੱਕ ਦਾ ਪਸਾਰਾ ਹੈ, ਇੱਕ ਸਰਬ ਵਿਆਪਕ ਪਰਮ ਸੱਤਿਆ। ਜਿਸ ਤਰ੍ਹਾਂ ਹੀ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ, ਉਹ ਇੱਕ ਹੈ, ਸਰਬ ਵਿਆਪਕ ਹੈ, ਉਹ ਆਪ ਹੀ ਨਿਰਾਕਾਰ ਤੋਂ ਸਾਕਾਰ ਹੋਇਆ ਹੈ। ਇਹ ਦਿਸਦਾ ਜਗਤ ਹੀ ਉਸ ਦਾ ਰੂਪ ਹੈ। ਉਹ ਮਾਨੋ ਇੱਕ ਜ਼ਿੰਦਗੀ ਦਾ ਦਰਿਆ ਹੈ ਤੇ ਅਸੀਂ ਸਭ ਉਹਦੀਆਂ ਹੀ ਲਹਿਰਾਂ ਔਰ ਬੁਲਬੁਲੇ ਹਾਂ। ਤਾਂ ਉਹਦਾ ਆਸਣ ਕਿੱਥੇ ਹੈ, ਟਿਕਾਣਾ ਕਿੱਥੇ ਹੈ? ਤਾਂ ਇਹ ਚੀਜ਼ ਸਮਝਣ ਵਾਲੀ ਹੈ। ਆਸਣ ਲੋਏ ਲੋਏ, ਹਰ ਲੋਕ ਦੇ ਅੰਦਰ, ਹਰ ਥਾਂ ਤੇ, ਹਰ ਜੀਵ ਜੰਤ ਦੇ ਅੰਦਰ ਉਸ ਦਾ ਆਸਣ ਹੈ, ਉਹਦਾ ਟਿਕਾਣਾ ਹੈ, ਉਹਦਾ ਘਰ ਹੈ। ਹਰ ਇੱਕ ਥਾਂ ਤੇ ਵਸ ਰਿਹਾ ਹੈ। ਪਰਮ ਸੱਤਿਆ, ਜੀਵਨ ਸੱਤਾ, ਜੀਵਨ ਰੌਂ ਦੇ ਰੂਪ ਦੇ ਅੰਦਰ, ਉਹ ਹਰ ਇੱਕ ਦੇ ਅੰਦਰ ਹੈ, ਹਰ ਥਾਂ ਤੇ ਹੈ। ਜਿਵੇਂ ਅਸੀਂ ਕੱਲ ਵੀ ਵਿਚਾਰ ਕੀਤੀ ਸੀ ਕਿ ਸਭ ਤੋਂ ਵੱਡਾ ਦੁਖਾਂਤ ਹੀ ਮਨੁੱਖੀ ਜ਼ਿੰਦਗੀ ਦਾ ਗੁਰਬਾਣੀ ਵਿੱਚ ਇਸ ਚੀਜ਼ ਨੂੰ ਮੰਨਿਆ ਗਿਆ ਕਿ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਜੋ ਜਲਾਂ ਥਲਾਂ ਧਰਤੀ ਆਕਾਸ਼ ਵਨਸਪਤੀ ਜੀਵ ਜੰਤ ਦੇ ਅੰਦਰ ਪਰਿਪੂਰਨ ਹੈ, ਸਮਾਇਆ ਹੋਇਆ ਹੈ, ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਕਿ ਜੇ ਉਹ ਸਾਡੇ ਚੇਤੇ ਨਾ ਆਵੇ, ਇਹ ਚੀਜ਼ ਸਾਡੀ ਸਮਝ ਵਿੱਚ ਹੀ ਨਾ ਆਏ, ਬੰਦਾ ਇਸ ਚੀਜ਼ ਨੂੰ ਚੇਤੇ ਹੀ ਨਾ ਰੱਖੇ, ਉਹਨੂੰ ਹਰ ਥਾਂ ਦੇ ਉੱਤੇ ਵੇਖ ਨਾ ਸਕੇ, ਅਨੁਭਵ ਨਾ ਕਰ ਸਕੇ, ਤਾਂ ਇਸ ਤੋਂ ਵੱਡਾ ਦੁੱਖ ਹੋਰ ਕਿਹੜਾ ਹੋ ਸਕਦਾ ਹੈ? ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੀ ਇਹ ਹੈ ਕਿ ਹਰ ਇੱਕ ਦੇ ਅੰਦਰ ਪ੍ਰਭੂ, ਹਰ ਇੱਕ ਬੰਦਾ ਰੱਬ ਦਾ ਰੂਪ ਹੋਵੇ ਤੇ ਅਸੀਂ ਇੱਕ ਦੂਜੇ ਨੂੰ ਰੱਬ ਦਾ ਰੂਪ ਵੇਖ ਨਾ ਸਕੀਏ, ਨਾ ਆਪਣੇ ਅੰਦਰੋਂ ਬੰਦਾ ਇਹਨਾਂ ਗੁਣਾਂ ਨੂੰ ਪ੍ਰਗਟ ਕਰ ਸਕੇ, ਨਾ ਦੂਜਿਆਂ ਵਿੱਚ ਵੇਖ ਸਕੇ। ਇਹੀ ਦੁੱਖ ਹੈ। ਤਾਂ ਗੁਰੂ ਜੀ ਕਹਿੰਦੇ ਨੇ ਆਸਣ ਲੋਏ ਲੋਏ, ਹਰ ਲੋਕ ਦੇ ਅੰਦਰ, ਹਰ ਥਾਂ ਤੇ, ਜ਼ਰਰੇ ਜ਼ਰਰੇ ਦੇ ਅੰਦਰ ਉਹਦਾ ਟਿਕਾਣਾ ਹੈ। ਤਾਂ ਸਾਨੂੰ ਸਚਿਆਰ ਹੋਣ ਵਾਸਤੇ ਇਹ ਚੀਜ਼ ਮੰਨਣੀ ਪੈਣੀ ਹੈ। ਜੋ ਵੀ ਸਚਿਆਰ ਹੋਣਾ ਚਾਹੁੰਦਾ ਹੈ ਕਿ ਹਰ ਇੱਕ ਦੇ ਅੰਦਰ ਜੋ ਪਰਮ ਸੱਤਾ ਹੈ ਉਹ ਇੱਕ ਹੀ ਹੈ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ। ਹਰ ਇੱਕ ਦੇ ਅੰਦਰ ਅਨੰਤ ਅਨੰਤ ਗੁਣ ਨੇ, ਉਹ ਰੱਬ ਹੀ ਹੈ। ਉਹਨਾਂ ਗੁਣਾਂ ਨੂੰ ਅੰਦਰੋਂ ਪ੍ਰਗਟ ਕਰਨਾ ਹੀ ਰੱਬ ਨੂੰ ਪ੍ਰਗਟ ਕਰਨਾ ਹੈ। ਉਹਨਾਂ ਰੱਬੀ ਗੁਣਾਂ ਦੇ ਅੰਦਰ ਸਮਾ ਜਾਣਾ ਹੀ ਰੱਬ ਦੇ ਅੰਦਰ ਇੱਕਮਿਕ ਹੋ ਜਾਣਾ ਹੈ। ਗੁਣਾਂ ਵਿੱਚ ਆਪਣੀ ਸੁਰਤ ਨੂੰ ਇੱਕਮਿਕ ਕਰ ਲਓ ਤਾਂ ਸਮਝ ਲਓ ਰੱਬ ਦੇ ਅੰਦਰ ਇੱਕਮਿਕ ਹੋ ਗਏ। ਮੇਰ ਤੇਰ ਦੇ ਵਿਤਕਰੇ ਮਿਟਾ ਲਓ, ਇੱਕਮਿਕ ਹੋ ਗਏ। ਦੂਜੀ ਗੱਲ ਹੈ ਭੰਡਾਰ, ਕਿਉਂਕਿ ਜੋਗੀ ਇੱਕ ਥਾਂ ਤੇ ਭੰਡਾਰਾ ਕਰ ਰਹੇ ਨੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਦੇ ਭੰਡਾਰੇ ਲੋਏ ਲੋਏ ਦੇ ਅੰਦਰ ਹਰ ਥਾਂ ਤੇ ਚੱਲ ਰਹੇ ਨੇ। ਕੋਈ ਐਸੀ ਥਾਂ ਨਹੀਂ ਜਿੱਥੇ ਕਿ ਭੰਡਾਰਾ ਨਹੀਂ ਚੱਲ ਰਿਹਾ। ਯਾਨੀ ਜਿੱਥੇ ਜਿੱਥੇ ਵੀ ਕੋਈ ਜੀਵ ਜੰਤ ਹੈ, ਉਸਨੂੰ ਉਹਦੇ ਜੀਵਨ ਵਾਸਤੇ ਹਰ ਸ਼ੈ ਉੱਥੇ ਮਿਲ ਰਹੀ ਹੈ। ਕੋਈ ਐਸੀ ਜਗ੍ਹਾ ਹੈ ਕਿ ਜਿੱਥੇ ਜੀਵ ਜੰਤ ਹੋਣ ਔਰ ਉਹਨਾਂ ਦੇ ਜੀਵਨ ਦੀ ਜੁਗਤ ਨਾ ਹੋਵੇ, ਉੱਥੇ ਉਹਨਾਂ ਨੂੰ ਆਕਸੀਜਨ ਨਾ ਮਿਲਦੀ ਹੋਵੇ, ਜਾਂ ਉਹਨਾਂ ਦੇ ਜੀਵਨ ਵਾਸਤੇ ਜੋ ਕੁਝ ਚਾਹੀਦਾ ਹੈ ਉਹ ਨਾ ਮਿਲਦਾ ਹੋਵੇ। ਜੈਸਾ ਕਿਸੇ ਦਾ ਜੀਵਨ ਹੈ
ਵੈਸੀ ਉਹਦੇ ਜੀਵਨ ਦੀ ਲੋੜ ਹਰ ਥਾਂ ਦੇ ਉੱਤੇ ਪੂਰੀ ਹੋ ਰਹੀ ਹੈ, ਹਰ ਥਾਂ ਦੇ ਉੱਤੇ। ਅਸੀਂ ਕਈ ਵਾਰ ਦੇਖਦੇ ਹਾਂ ਕਿ ਇਸ ਜਗ੍ਹਾ ਤੇ ਜੀਵ ਨਹੀਂ ਹੋਣੇ, ਜਿਵੇਂ ਸਹਾਰਾ ਦਾ ਰੇਗਿਸਤਾਨ ਹੈ, ਕਿੱਡਾ ਵੱਡਾ ਹੈ ਨਾ। ਤੇ ਕਈ ਵਾਰ ਬੰਦਾ ਸੋਚਦਾ ਹੈ ਕਿ ਇੱਥੇ ਕੋਈ ਜੀਵ ਜੰਤ ਨਹੀਂ ਹੋਣਾ, ਕਿਉਂਕਿ ਇੱਥੇ ਪਾਣੀ ਦੀ ਅਣਹੋਂਦ ਹੈ ਔਰ ਇੱਥੇ ਦੂਰ ਦੂਰ ਤੱਕ ਕਿਤੇ ਰੁੱਖ ਦਰਖਤ ਨਹੀਂ ਹੈ। ਜਾਂ ਰੇਗਿਸਤਾਨ ਦੇ ਅੰਦਰ ਜਦੋਂ ਗਰਮੀ ਪੈਂਦੀ ਹੈ ਤਾਂ ਰੇਤਾ ਕਿਵੇਂ ਤਪਦਾ ਹੈ, ਤੇ ਸਰਦੀ ਦੇ ਅੰਦਰ ਰੇਤਾ ਬਹੁਤ ਜ਼ਿਆਦਾ ਠੰਡਾ ਹੋ ਜਾਂਦਾ ਹੈ, ਗਰਮ ਵੀ ਜ਼ਿਆਦਾ ਜਲਦੀ ਹੁੰਦਾ ਹੈ, ਠੰਡਾ ਵੀ। ਆਪਨੇ ਕਿਤੇ ਦੇਖਿਆ ਹੋਵੇ, ਡਿਸਕਵਰੀ ਚੈਨਲ ਵਾਲਿਆਂ ਨੇ ਇੱਕ ਬਹੁਤ ਵਧੀਆ ਚੀਜ਼ ਵਿਖਾਈ ਸੀ। ਰੇਗਿਸਤਾਨ ਦੇ ਅੰਦਰ ਜਿੱਥੇ ਕਿ ਜੀਵ ਦੀ ਕੋਈ ਹੋਂਦ ਦਾ ਸ਼ੱਕ ਵੀ ਨਹੀਂ ਪੈਂਦਾ ਕਈ ਵਾਰ ਕਿ ਇੱਥੇ ਵੀ ਜੀਵ ਹੋ ਸਕਦਾ ਹੈ, ਔਰ ਜੇ ਹੋਏਗਾ ਤੇ ਉਹਨੂੰ ਖੁਰਾਕ ਕਿੱਥੋਂ ਮਿਲਦੀ ਹੋਈ। ਤਾਂ ਉਹਨਾਂ ਨੇ ਬਹੁਤ ਵਧੀਆ ਉਹਨੂੰ ਵਿਖਾਇਆ ਹੈ, ਇੱਕ ਨਿੱਕਾ ਜਿਹਾ ਕੀੜਾ ਰਾਤ ਨੂੰ ਕੋਈ 12 ਵਜੇ ਦੇ ਕਰੀਬ ਨਿਕਲਦਾ ਹੈ ਬਾਹਰ, 11-12 ਤੋਂ ਬਾਅਦ, ਔਰ ਰੇਤੇ ਚੋਂ ਬਾਹਰ ਆ ਕੇ ਬਾਹਰ ਉਹ ਖੜਾ ਹੋ ਜਾਂਦਾ ਹੈ। ਉਹਦੇ ਦੋ ਵਾਲ ਨੇ ਮੂੰਹ ਤੇ, ਜਿਨ੍ਹਾਂ ਨੂੰ ਅਸੀਂ ਮੁੱਛਾਂ ਕਹਿ ਦਿੰਦੇ ਹਾਂ। ਦੋ ਵਾਲ ਹਨ ਇਸ ਤਰ੍ਹਾਂ, ਉਹ ਐਵੇਂ ਖੜਾ ਹੋ ਰਹਿੰਦਾ ਹੈ, ਵਾਲ ਉਹਦੇ ਇਸ ਤਰ੍ਹਾਂ ਨੇ। ਤੇ ਰਾਤ ਨੂੰ ਕਿਉਂਕਿ ਰੇਤਾ ਠੰਡਾ ਹੋ ਜਾਂਦਾ ਹੈ, ਤੇ ਉਹ ਜਿਹੜਾ ਕੀੜਾ ਹੈ ਉਹਦਾ ਟੈਂਪਰੇਚਰ ਹਵਾ ਦੇ ਨਾਲੋਂ ਥੋੜਾ ਹੋਰ ਘੱਟ ਹੈ। ਤੇ ਜਿਹੜਾ ਹਵਾ ਦੇ ਵਿੱਚ ਪਾਣੀ ਹੈ, ਜਦੋਂ ਹਵਾ ਉਹਦੇ ਸਰੀਰ ਨਾਲ ਟੱਚ ਕਰਦੀ ਹੈ ਨਾ, ਤੇ ਉਹਦੇ ਜੋ ਦੋ ਵਾਲ ਨੇ ਉਹਨਾਂ ਤੇ ਦੋ ਬੂੰਦਾਂ ਪਾਣੀ ਦੀਆਂ ਬਣ ਜਾਂਦੀਆਂ ਨੇ ਟਕਰਾ ਕੇ। ਜਿਵੇਂ ਅਸੀਂ ਠੰਡਾ ਪਾਣੀ ਦਾ ਗਲਾਸ ਭਰ ਕੇ ਰੱਖੀਏ ਤੇ ਉਹਦੇ ਬਾਹਰ ਪਾਣੀ ਦੀਆਂ ਬੂੰਦਾਂ ਲੱਗ ਜਾਂਦੀਆਂ ਨੇ, ਕਿਉਂਕਿ ਹਵਾ ਦੇ ਵਿੱਚੋਂ ਹੀ ਵਾਸ਼ਪੀਕਰਨ ਹੋ ਕੇ ਪਾਣੀ ਬਣਦਾ। ਉਹਦੇ ਉਹਨਾਂ ਦੋ ਵਾਲਾਂ ਦੇ ਉੱਤੇ ਦੋ ਬੂੰਦਾਂ ਬਣ ਜਾਂਦੀਆਂ ਨੇ ਪਾਣੀ ਦੀਆਂ। ਉਹ ਮੂੰਹ ਖੋਲਦਾ ਹੈ ਤੇ ਨੀਵਾਂ ਕਰਕੇ ਉਸ ਵਾਲ ਨੂੰ ਮੂੰਹ ਦੇ ਵਿੱਚ ਪਾਣੀ ਪਾਉਂਦਾ ਹੈ, ਫਿਰ ਦੂਜੀ ਬੂੰਦ ਨੂੰ ਮੂੰਹ 'ਚ ਪਾਣੀ ਪਾਉਂਦਾ ਹੈ, ਔਰ ਰੇਤ ਦੇ ਵਿੱਚ ਉਹ ਫਿਰ ਵੜਨਾ ਸ਼ੁਰੂ ਕਰਦਾ। ਤੇ ਜਦੋਂ ਤੱਕ ਸਵੇਰੇ ਗਰਮੀ ਪੈਣੀ ਸ਼ੁਰੂ ਹੁੰਦੀ ਹੈ, ਉਦੋਂ ਤੱਕ ਉਹ ਇੰਨਾ ਨੀਵਾਂ ਚਲਾ ਜਾਂਦਾ ਹੈ ਰੇਤੇ ਦੇ ਅੰਦਰ, ਜਿੱਥੇ ਜਾ ਕੇ ਰੇਤਾ ਗਰਮ ਨਹੀਂ ਹੁੰਦਾ, ਜਿੱਥੇ ਜਾ ਕੇ ਉਹਦੀ ਮੌਤ ਨਹੀਂ ਹੁੰਦੀ। ਤਾਂ ਕਹਿਣ ਦਾ ਮਤਲਬ ਮੇਰਾ ਇਹ ਗੱਲ ਸੁਣਾਉਣ ਦਾ ਕਿ ਉਹਦੇ ਜੀਵਨ ਦੀ ਜੁਗਤ ਉੱਥੇ ਹੈ। ਇਸੇ ਨੂੰ ਕਹਿੰਦੇ ਨੇ ਆਸਣ ਲੋਏ ਲੋਏ ਭੰਡਾਰ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ, ਪੱਥਰਾਂ ਦੇ ਅੰਦਰ ਕੀੜਾ ਹੈ ਤੇ ਉਸ ਕੀੜੇ ਦੇ ਜੀਵਨ ਦੀ ਜੁਗਤ ਉੱਥੇ ਬਣੀ ਹੋਈ ਹੈ। ਮਨੁੱਖ ਮਾਤਰ ਵਾਸਤੇ ਖਾਣ ਪੀਣ ਦੇ ਪਦਾਰਥ ਕਿਸੇ ਕਈ ਕਿਸਮ ਦਾ ਅਨਾਜ ਹੈ, ਫੁੱਲ ਫਲ ਆਦਿਕ ਨੇ, ਇਹ ਅਸੀਂ ਵੇਖ ਰਹੇ ਹਾਂ। ਪਾਣੀ ਦੇ ਅੰਦਰ ਗੁਰੂ ਜੀ ਸਾਨੂੰ ਸਮਝਾਉਂਦੇ ਹਨ ਜੀਵ ਜੰਤ ਨੇ, ਤਾਂ ਉਹਨਾਂ ਦੀ ਖੁਰਾਕ ਉਹਨਾਂ ਨੂੰ ਉੱਥੇ ਮਿਲ ਰਹੀ ਹੈ। ਜਲ ਦੇ ਅੰਦਰ ਜੋ ਜੀਵ ਜੰਤ ਪੈਦਾ ਕੀਤੇ ਨੇ, ਉੱਥੇ ਕੋਈ ਦੁਕਾਨਾਂ ਨਹੀਂ, ਫਸਲ ਨਹੀਂ, ਸਗੋਂ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਤਾਂ ਇੱਥੇ ਆਸਣ ਲੋਏ ਲੋਏ ਭੰਡਾਰ ਦਾ ਮਤਲਬ ਕਿ ਪ੍ਰਭੂ ਹਰ ਥਾਂ ਦੇ ਉੱਤੇ ਵਿਆਪਕ ਹੈ, ਔਰ ਉਹਦੇ ਭੰਡਾਰੇ ਜੋ ਜੀਵਨ ਦਾ ਢੰਗ ਹੈ ਹਰ ਥਾਂ ਦੇ ਉੱਤੇ ਚੱਲ ਰਿਹਾ ਹੈ। ਹਰ ਜੀਵ ਨੂੰ ਉਹਦੇ ਜੀਵਨ ਦੀਆਂ ਜਿਹੜੀਆਂ ਲੋੜਾਂ ਨੇ ਇਸ ਜਗਤ ਅੰਦਰ ਪੈਦਾ ਕੀਤੀਆਂ ਗਈਆਂ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਕਿ ਇਹ ਮੇਰੇ ਮਨ ਭਉ ਨਾ ਕਰ, ਚਿੰਤਾ ਵਿੱਚ ਨਾ ਪੈ। ਜਿਵੇਂ ਜਿਵੇਂ ਜੀਵ ਜੰਤ ਰੱਬ ਨੇ ਪੈਦਾ ਕੀਤੇ ਨੇ, ਤਾਂ ਉਹਨਾਂ ਦੀ ਜੋ ਖੁਰਾਕ ਦਾ ਸਾਧਨ ਹੈ ਉਹ ਇਸ ਜਗਤ ਦੇ ਅੰਦਰ ਹਰ ਥਾਂ ਦੇ ਉੱਤੇ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਜੋ ਆਸਣ ਨੇ, ਉਹਦੇ ਜੋ ਭੰਡਾਰੇ ਨੇ, ਉਹ ਸੰਸਾਰ ਦੇ ਹਰ ਥਾਂ ਦੇ ਉੱਤੇ ਮੌਜੂਦ ਨੇ। ਤੇ ਜਿੰਨਾ ਕੁਛ ਯਤਨ ਕਰੇਗਾ ਉਹਨਾਂ ਉਸਨੂੰ ਮਿਲ ਜਾਏਗਾ। ਇਸ ਲਈ ਸਿੱਧ ਦੇ ਚਰਨਾਂ ਵਿੱਚ ਮੱਥੇ ਟੇਕਣ ਦੀ ਲੋੜ ਨਹੀਂ, ਸਾਨੂੰ ਜ਼ਰੂਰਤ ਹੈ ਉਸ ਸਰਬ ਵਿਆਪਕ ਨੂੰ ਤੱਕਣ ਦੀ, ਔਰ ਸਰਬ ਵਿਆਪਕ ਦੇ ਇਹਨਾਂ ਭੰਡਾਰਿਆਂ ਨੂੰ ਸਮਝਣ ਦੀ, ਔਰ ਇਹਦੇ ਵਿੱਚੋਂ ਆਪਣੇ ਵਾਸਤੇ ਦਾਤਾਂ ਪ੍ਰਾਪਤ ਕਰਨ ਵਾਸਤੇ ਯਤਨ ਕਰਨ ਦੀ। ਅਗਲਾ ਬਚਨ ਕਰਦੇ ਨੇ, ਜੋ ਕਿਛ ਪਾਇਆ ਸੋ ਏਕਾ ਵਾਰ। ਹੁਣ ਬਹੁਤ ਸਾਰੇ ਲੋਕ ਮੰਨਦੇ ਨੇ ਕਿ ਕੋਈ ਦੇਵਤਾ ਹੈ ਜੋ ਇਸ ਸੰਸਾਰ ਨੂੰ ਪਾਲਣ ਵਾਸਤੇ ਰਿਜ਼ਕ ਦੇ ਰਿਹਾ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਐਸਾ ਨਹੀਂ ਹੈ ਰੱਬ ਦਾ ਭੰਡਾਰਾ ਕਿ ਅੱਜ ਜੀਵਾਂ ਨੂੰ ਦੇ ਦਿੱਤਾ ਤੇ ਕੱਲ ਵਾਸਤੇ ਫਿਰ ਖਰੀਦ ਕੇ ਲਿਆਣਾ ਪਵੇ, ਕੁਛ ਕੱਲ ਨੂੰ ਫਿਰ ਪਾਣਾ ਪਵੇ। ਐਸਾ ਨਹੀਂ। ਜੋ ਕਿਛ ਪਾਇਆ ਸੋ ਏਕਾ ਵਾਰ, ਜੋ ਉਸਨੇ ਪਾਣਾ ਸੀ, ਬਣਾਣਾ ਸੀ, ਉਹ ਇੱਕੋ ਵਾਰੀ ਪਾ ਦਿੱਤਾ ਹੈ। ਹੁਣ ਜੋ ਕਿਛ ਪਾਇਆ ਸੋ ਏਕਾ ਵਾਰ ਦਾ ਮਤਲਬ ਹੈ
ਇਹ ਨਹੀਂ ਕਿ ਰੱਬ ਨੇ ਰੋਟੀਆਂ ਪਾ ਦਿੱਤੀਆਂ ਨੇ ਬਹੁਤ ਸਾਰੀਆਂ ਜਾਂ ਪਰੌਂਠੇ ਪਾ ਦਿੱਤੇ ਨੇ। ਇੱਕ ਨਿਯਮ ਬਣਾ ਦਿੱਤਾ ਹੈ, ਸਿਸਟਮ ਬਣਾ ਦਿੱਤਾ ਹੈ, ਜਿਸ ਸਿਸਟਮ ਦੇ ਅੰਦਰ ਇਹ ਸਾਰਾ ਸੰਸਾਰ ਲਗਾਤਾਰ ਚੱਲੀ ਜਾ ਰਿਹਾ ਹੈ। ਇਹ ਕੁਦਰਤ ਦੇ ਕਾਨੂੰਨ ਸदैवी ਨੇ, ਔਰ ਇਹਨਾਂ ਕਾਨੂੰਨਾਂ ਮੁਤਾਬਕ, ਇਸ ਲਾ ਆਫ ਨੇਚਰ ਮੁਤਾਬਕ ਜਾਂ ਰੱਬੀ ਨਿਯਮਾਵਲੀ ਮੁਤਾਬਕ, ਰੱਬ ਦੇ ਭਾਣੇ ਮੁਤਾਬਕ ਇਹ ਸਾਰਾ ਸੰਸਾਰ ਕਰਮ ਕਰੀ ਜਾਂਦਾ ਹੈ। ਇਹ ਸਾਰਾ ਸੰਸਾਰ ਚੱਲੀ ਜਾਂਦਾ ਹੈ ਔਰ ਚੱਲੀ ਜਾਏਗਾ। ਜਿਵੇਂ ਜਿਵੇਂ ਅਸੀਂ ਕੁਦਰਤ ਦੇ ਨਿਯਮਾਂ ਨੂੰ ਸਮਝਾਂਗੇ, ਤਿਵੇਂ ਤਿਵੇਂ ਸਾਡਾ ਹੋਰ ਵਿਕਾਸ ਹੁੰਦਾ ਚਲਾ ਜਾਏਗਾ। ਜ਼ਰੂਰਤ ਹੈ ਕੇਵਲ ਇਹਨਾਂ ਚੀਜ਼ਾਂ ਨੂੰ ਸਮਝਣ ਦੀ। ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ, ਜੋ ਆਮ ਜੀਵਨ ਜੀਣ ਵਾਲੇ ਲੋਕ ਨੇ, ਉਹਨਾਂ ਨੂੰ ਜਿੰਨੀ ਸਮਝ ਹੈ ਉਸ ਮੁਤਾਬਕ ਉਹ ਜ਼ਿੰਦਗੀ ਜੀ ਰਹੇ ਨੇ। ਲੇਕਿਨ ਗੁਰੂ ਸਾਹਿਬਾਨ ਨੇ ਬ੍ਰਹਿਮੰਡੀ ਸੱਚ ਨੂੰ ਸਮਝਿਆ ਔਰ ਮਹਾਨ ਸੋਚ ਸਾਡੀ ਝੋਲੀ ਦੇ ਅੰਦਰ ਪਾਈ ਕਿ ਜੇ ਅਸੀਂ ਉਸ ਢੰਗ ਦੇ ਨਾਲ ਜ਼ਿੰਦਗੀ ਜੀਵੀਏ ਸਚਿਆਰ ਬਣ ਕੇ, ਤਾਂ ਇਸ ਮਨੁੱਖਤਾ ਦਾ ਜੀਵਨ ਬੜਾ ਸੁਖਾਲਾ ਹੋ ਸਕਦਾ ਹੈ ਔਰ ਅਸੀਂ ਸ਼ਾਂਤੀ ਦੇ ਨਾਲ ਜ਼ਿੰਦਗੀ ਜੀ ਸਕਦੇ ਹਾਂ। ਸਾਡੇ ਜੀਵਨ ਵਿੱਚ ਖੁਸ਼ੀਆਂ ਆ ਸਕਦੀਆਂ ਹਨ, ਸਾਡੇ ਵੈਰ ਵਿਰੋਧ ਈਰਖਾ ਦਵੇਸ਼ ਮਿਟ ਸਕਦੇ ਹਨ, ਪ੍ਰੇਮ ਭਾਵ ਪੈਦਾ ਹੋ ਸਕਦਾ ਹੈ, ਆਨੰਦਮਈ ਜ਼ਿੰਦਗੀ ਅਸੀਂ ਜੀ ਸਕਦੇ ਹਾਂ। ਤਾਂ ਗੁਰੂ ਸਾਹਿਬ ਜੀ ਦੀ ਇਸ ਮਹਾਨ ਸੋਚ ਨੂੰ ਪ੍ਰਣਾਮ ਹੈ ਔਰ ਸਾਨੂੰ ਅਪਣਾਉਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੇ ਇਸ ਸੰਸਾਰ ਦੇ ਅੰਦਰ ਵਿਗਿਆਨਿਕ ਤਰੀਕੇ ਦੇ ਨਾਲ ਜਿਨ੍ਹਾਂ ਨੇ ਵੇਖਿਆ ਹੈ, ਵਿਗਿਆਨ ਆਦਿਕ ਦੇ ਦਾਇਰੇ ਦੇ ਵਿੱਚ, ਉਹਨਾਂ ਨੇ ਸੰਸਾਰ ਨੂੰ ਖੋਜਿਆ, ਨਿਯਮ ਖੋਜੇ, ਉਹਨਾਂ ਨੇ ਮਨੁੱਖ ਵਾਸਤੇ ਬਹੁਤ ਸਾਰੀਆਂ ਸਹੂਲਤਾਂ ਪੈਦਾ ਕੀਤੀਆਂ ਔਰ ਉਹ ਅੱਗੇ ਹੋਰ ਖੋਜਾਂ ਕਰਦੇ ਰਹਿਣਗੇ, ਸਹੂਲਤਾਂ ਪੈਦਾ ਹੁੰਦੀਆਂ ਰਹਿਣਗੀਆਂ। ਜਿਨ੍ਹਾਂ ਨੇ ਇਸ ਸੰਸਾਰ ਦੇ ਅੰਦਰ ਕਿਸੇ ਵੀ ਢੰਗ ਦੇ ਨਾਲ ਜੋ ਜੀਵਿਆ, ਉਹ ਸਾਰਾ ਕੁਝ ਇਸ ਜਗਤ ਦੇ ਅੰਦਰ ਮੌਜੂਦ ਹੈ। ਲੋੜ ਸਿਰਫ ਸਮਝਣ ਦੀ ਹੈ, ਗੁਰੂ ਗਿਆਨ ਨੂੰ ਅਪਣਾਉਣ ਦੀ ਹੈ, ਵਿਕਾਸ ਕਰਨ ਦੀ ਹੈ, ਵਿਕਾਸਸ਼ੀਲ ਬਣਨ ਦੀ ਹੈ। ਇੱਥੇ ਕੋਈ ਵੀ ਕਮੀ ਔਰ ਤੋਟ ਆਦਿਕ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੋ ਵਾਰੀ ਪਾ ਦਿੱਤਾ ਹੈ। ਭਾਵ ਕਿ ਇਸ ਸੰਸਾਰ ਦੇ ਜੋ ਨੇਮ ਨੇ, ਨਿਯਮ ਨੇ, ਉਹ ਅਟਲ ਨੇ। ਅਗਲਾ ਬਚਨ ਕਰਦੇ ਨੇ, ਕਰ ਕਰ ਵੇਖੈ ਸਿਰਜਣਹਾਰ। ਕਰ ਕਰ ਦਾ ਮਤਲਬ ਰਚ ਰਚ ਕੇ ਜੋ ਕੁਛ ਉਸਨੇ ਰਚਿਆ ਹੈ ਉਹ ਸਿਰਜਣਹਾਰ। ਵੇਖੇ ਦਾ ਮਤਲਬ ਵੇਖ ਰਿਹਾ ਹੈ, ਸੰਭਾਲ ਕਰ ਰਿਹਾ ਹੈ। ਵੇਖਣ ਦਾ ਮਤਲਬ ਸੰਭਾਲ ਕਰਨੀ। ਤਾਂ ਉਸਨੇ ਕੇਵਲ ਪੈਦਾ ਹੀ ਨਹੀਂ ਕੀਤਾ, ਸੰਭਾਲ ਵੀ ਕਰ ਰਿਹਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਹਰ ਚੀਜ਼ ਦੀ ਸੰਭਾਲ ਨੇਮਾਂ ਦੇ ਅੰਦਰ ਹੋ ਰਹੀ ਹੈ, ਹਰ ਚੀਜ਼ ਦੀ ਸੰਭਾਲ ਹੋ ਰਹੀ ਹੈ। ਸੰਭਾਲ ਦਾ ਮਤਲਬ ਪਾਲਣਾ ਹੋ ਰਹੀ ਹੈ। ਜਿਵੇਂ ਕੋਈ ਬੀਜ ਦੇ ਵਿੱਚੋਂ ਅੰਕੁਰ ਨਿਕਲਦਾ ਹੈ, ਤਾਂ ਇਹਦਾ ਮਤਲਬ ਇਹ ਨਹੀਂ ਕਿ ਅੰਕੁਰ ਨਿਕਲ ਗਿਆ ਤੇ ਕੁਦਰਤ ਨੇ ਉਸ ਨੂੰ ਛੱਡ ਦਿੱਤਾ, ਐਸਾ ਨਹੀਂ ਹੈ। ਉਹਦੀ ਸੰਭਾਲ ਹੋ ਰਹੀ ਹੈ, ਉਸ ਨੂੰ ਖੁਰਾਕ ਮਿਲ ਰਹੀ ਹੈ ਔਰ ਉਹ ਵੱਧ ਰਿਹਾ ਹੈ, ਵਿਕਾਸ ਕਰ ਰਿਹਾ ਹੈ। ਅਸੀਂ ਬੱਚੇ ਰੂਪ ਵਿੱਚ ਜਨਮ ਲਿਆ ਤਾਂ ਸਾਡੀ ਸੰਭਾਲ ਹੋਈ, ਯਾਨੀ ਪਾਲਣਾ ਹੋਈ ਨਿਯਮ ਦੇ ਅੰਦਰ, ਔਰ ਉਸ ਨਿਯਮ ਮੁਤਾਬਕ ਅਸੀਂ ਬਚਪਨ ਤੋਂ ਕਿਸ਼ੋਰ ਅਵਸਥਾ ਵਿੱਚ ਆਏ, ਜਵਾਨੀ ਵਿੱਚ ਆਏ, ਤੇ ਉਸੇ ਨੇਮ ਦੇ ਅੰਦਰ ਬੁਢੇਪੇ ਵੱਲ ਹੁੰਦੇ ਹੋਏ ਮੌਤ ਵਾਲੇ ਪਾਸੇ ਜਾ ਰਹੇ ਹਾਂ। ਇਹ ਪੂਰੇ ਸੰਸਾਰ ਦੇ ਅੰਦਰ ਇਹ ਨਿਯਮਾਵਲੀ ਕੰਮ ਕਰ ਰਹੀ ਹੈ। ਕਰ ਕਰ ਵੇਖੈ ਸਿਰਜਣਹਾਰ, ਪਹਿਲੀ ਗੱਲ। ਦੂਜੀ ਵੇਖੇ ਵਾਲੀ ਗੱਲ ਹੈ ਕਿ ਉਹ ਵੇਖ ਵੀ ਰਿਹਾ ਹੈ, ਸਾਡੀ ਹਰ ਚੀਜ਼ ਵਾਚੀ ਜਾ ਰਹੀ ਹੈ ਤੇ ਕੁਦਰਤ ਦੀ ਨਿਯਮਾਵਲੀ ਮੁਤਾਬਕ ਸਾਨੂੰ ਸੁੱਖ ਜਾਂ ਦੁੱਖ ਮਿਲਦੇ ਚਲੇ ਜਾ ਰਹੇ ਹਨ। ਜੇ ਅਸੀਂ ਦਵਾਈਆਂ ਖੋਜੀਆਂ ਨੇ, ਉਹਨਾਂ ਦੇ ਨਾਲ ਕੁਝ ਰੋਗ ਦੂਰ ਹੋਏ ਹਨ, ਤੇ ਜੇ ਉਹਨਾਂ ਦੇ ਸਾਈਡ ਇਫੈਕਟ ਬਾਰੇ ਵਿਚਾਰ ਨਹੀਂ ਕੀਤੀ ਗਈ ਤਾਂ ਉਹਨਾਂ ਦਵਾਈਆਂ ਦੇ ਸਾਈਡ ਇਫੈਕਟ ਵੀ ਹੋਏ ਹਨ। ਇਹ ਸਾਰਾ ਕੁਝ ਨਾਲ ਹੀ ਚੱਲੀ ਜਾ ਰਿਹਾ ਨਾ, ਇਹ ਵਾਚਿਆ ਜਾ ਰਿਹਾ ਨੇਮ ਦੇ ਅੰਦਰ। ਇਹ ਨਹੀਂ ਕਿ ਵਾਚਣ ਵਾਲਾ ਉੱਤੇ ਕੋਈ ਵੱਖਰਾ ਬੈਠਾ ਹੈ, ਇਹ ਨਿਯਮਾਵਲੀ ਹਰ ਥਾਂ ਦੇ ਉੱਤੇ ਸਾਨੂੰ ਵਾਚ ਰਹੀ ਹੈ ਔਰ ਉਹਦੇ ਮੁਤਾਬਕ ਸਾਨੂੰ ਨਾਲ ਦੇ ਨਾਲ ਫਲ ਮਿਲੀ ਜਾ ਰਿਹਾ ਹੈ। ਜਿਵੇਂ ਮੈਂ ਰੋਜ਼ ਬੇਨਤੀ ਕਰਦਾ, ਨਿਯਮ ਹੈ ਨਾ, ਜੇ ਅਸੀਂ ਪਿਆਰ ਮੁਹੱਬਤ ਦੇ ਨਾਲ ਇੱਕ ਦੂਜੇ ਨਾਲ ਬੋਲਾਂਗੇ, ਇੱਕ ਦੂਜੇ ਨਾਲ ਸੁੱਖ ਦੁੱਖ ਦੇ ਸਾਂਝੀਵਾਲ ਬਣਾਂਗੇ, ਤਾਂ ਸਾਡਾ ਆਪਸੀ ਤਾਲਮੇਲ ਹੋਏਗਾ, ਸਾਡੇ ਜੀਵਨ ਵਿੱਚ ਖੁਸ਼ੀਆਂ ਹੋਣਗੀਆਂ। ਸਾਨੂੰ ਨਿਯਮ ਨੇ ਵਾਚਿਆ
उस नियम के अंदर साडा तालमेल बन गया। जे असीं एक दूजे नाल ईरखा द्वेष करांगे, चुगली निंदा करांगे, एक दूजे नूं कष्ट पहुंचावांगे, तां ओह नियम दे अंदर साडीआं दूरियां वधणगीਆਂ, साडे अंदर ईरखा दी अग बलेगी, वैर भाव वधणगे, असुरक्षा दी भावना बनेगी, बेविश्वासी बनेगी और जीवन दे अंदर दुखांत होणगे। ਇਹ ਜਿਹੜਾ ਨਿਯਮ ਹੈ ਇਹ ਹਰ ਇੱਕ ਨੂੰ ਵੇਖ ਰਿਹਾ ਹੈ, ਵਾਚ ਰਿਹਾ ਹੈ। ਸਾਨੂੰ ਇਥੋਂ ਕੀ ਸਿੱਖਿਆ ਮਿਲਦੀ ਹੈ ਜੀਵਨ ਲਈ? ਸਾਨੂੰ ਜੀਵਨ ਵਾਸਤੇ ਇੱਥੇ ਹੁਕਮ ਰਜ਼ਾਈ ਚੱਲਣ ਦੀ ਸਿੱਖਿਆ ਮਿਲਦੀ ਹੈ। ਦੂਜੇ ਨੰਬਰ ਤੇ ਉਹ ਕਰ ਕਰਕੇ ਵੇਖਦਾ ਹੈ, ਪਾਲਣਾ ਕਰਦਾ ਹੈ, ਤੇ ਉਹ ਕਰਤਾ ਕਿੱਥੇ ਹੈ? ਉਹ ਕਰਤਾ ਸਾਡੇ ਆਪਣੇ ਅੰਦਰ ਬੈਠਾ ਹੈ। ਤਾਂ ਸਾਨੂੰ ਵੀ ਇਥੋਂ ਪਾਲਣ ਦੀ, ਵੇਖਣ ਦੀ जुगत मिलेगी जे असी अंदरले बैठे नूं वेख लवीए। अंदरले बैठे का मतलब जो अंदर रब्बी गुण ने और इस नियमावली नूं समझीए तां फिर असी भी एक दूजे नूं वेखांगे और पालना करांगे। जिवें हुण किन्ने सारे मां बाप ने जिहड़े घरों बाहर ने, जिन्हां नूं किसी भी कारण करके ਉਹਨਾਂ ਦਾ ਆਪਣਾ ਸੁਭਾਅ ਠੀਕ ਨਹੀਂ ਸੀ ਜਾਂ ਬੱਚਿਆਂ ਦਾ ਸੁਭਾਅ ਠੀਕ ਨਹੀਂ ਸੀ, ਕੁਝ ਵੀ ਹੈ, ਘਰੋਂ ਬਾਹਰ ਨੇ, ਬੱਚੇ ਉਹਨਾਂ ਦੀ ਸੁਰਤ ਲੈਣ ਵਾਸਤੇ ਵੀ ਤਿਆਰ ਨਹੀਂ ਹਨ, ਤਾਂ ਫਿਰ ਐਸਾ ਕੁਝ ਨਹੀਂ ਹੋਏਗਾ। ਕਿਉਂਕਿ ਅੰਦਰ ਵੇਖਣ ਦੀ ਭਾਵਨਾ ਹੋਏਗੀ, ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਦੇਖਾਂਗੇ, ਅਸੀਂ ਇੱਕ ਦੂਜੇ ਦੇ ਦੁੱਖ ਤਕਲੀਫ ਨੂੰ ਵੇਖਾਂਗੇ, ਸਾਡੇ ਅੰਦਰ ਪਾਲਣਾ ਦੀ ਜਿਹੜੀ ਹੈ ਗੁਣ ਆਏਗਾ और हर इंसान दूजे का सहयोग करेगा। कल एक निक्की जी मैं वीडियो क्लिप देख रहा सी जो बड़ी दुखदाई है। एक मेरे ख्याल च शायद जे मैं गलत नहीं कह रहा तो अमृतसर तो है, मैं गुरुद्वारा ग्रुप दे विच भी वीडियो पाई सी, आपने देखी होगी कि उसकी जो है घर वाली बीमार सी, बजुर्ग दी, ਤੇ ਉਹਦੀ ਬਿਮਾਰੀ ਤੇ 15-20 ਲੱਖ ਰੁਪਇਆ ਲੱਗ ਗਿਆ। ਉਹ ਬੀਬੀ ਤਾਂ ਨਹੀਂ ਬਚੀ, ਲੇਕਿਨ ਕੁਝ 2.5-3 ਲੱਖ ਰੁਪਇਆ ਉਸਨੇ ਕਰਜ਼ਾ ਲਿਆ ਸੀ ਮਕਾਨ ਗਹਿਣੇ ਪਾ ਕੇ ਕਿ ਅਸੀਂ ਛੁਡਾ ਲਵਾਂਗੇ। ਹੁਣ ਉਹ ਬੀਬੀ ਦੀ ਵੀ ਡੈਥ ਹੋ ਗਈ ਔਰ ਮਕਾਨ ਵੀ ਨਹੀਂ ਛੁਡਾ ਪਾਇਆ। 2.5 ਲੱਖ ਵਿੱਚ ਲਿਆ ਸੀ ਤੇ 50,000 ਉਹਦੀ ਬਣ ਗਈ ਵਿਆਜ। ਹੁਣ ਉਹ 3 ਲੱਖ ਦੇਣ ਦੇ ਉਹਦੇ ਵਿੱਚ ਨਹੀਂ ਹੈ ਹਾਲਾਤ ਵਿੱਚ, ਤਾਂ ਜਿਸਨੇ ਗਹਿਣੇ ਤੇ ਲਿਆ ਸੀ ਉਹਨੂੰ ਮਕਾਨ ਦੇ ਵਿੱਚੋਂ ਬਾਹਰ ਕੱਢ ਦਿੱਤਾ। ਹੁਣ ਉਹਦੇ ਬੱਚੇ ਵੀ ਨੇ, ਪੋਤਰੀਆਂ ਪੋਤਰੇ ਵੀ, ਮਕਾਨ ਤੋਂ ਬਾਹਰ ਕਰ ਦਿੱਤਾ ਹੈ ਤੇ ਉਹਦਾ ਨੂੰਹ ਪੁੱਤਰ ਤੇ ਸ਼ਾਇਦ ਕਿਸੇ ਰਿਸ਼ਤੇਦਾਰ ਕੋਲ ਰਹਿ ਰਹੇ ਨੇ। ਤੇ ਆਪ ਅੰਮ੍ਰਿਤਸਰ ਸਾਹਿਬ ਤੋਂ ਪੈਦਲ ਚੱਲਦਾ ਹੋਇਆ ਲੁਧਿਆਣੇ ਤੱਕ ਪਹੁੰਚਿਆ ਕਿਸੇ ਢੰਗ ਨਾਲ, ਕਿਸੇ ਤੋਂ ਲਿਫਟ ਲੈ ਕੇ, ਔਰ ਉਹਨੇ ਮਿਲਣ ਦਾ ਯਤਨ ਕੀਤਾ ਹੈ ਬੱਬੂ ਮਾਨ ਨੂੰ ਜਾਂ ਹੋਰ ਕਿਸੇ ਨੂੰ। ਫਿਰ ਉਹ ਅਖੀਰ ਇੱਕ ਪੁਲਿਸ ਵਾਲੇ ਵੀਰ ਦਾ ਪਤਾ ਲੱਗਾ, ਉਹਨੂੰ ਪਤਾ ਲੱਗਾ ਕਿ ਲੁਧਿਆਣੇ ਤੋਂ ਬਦਲ ਗਿਆ ਹੈ। ਫਿਰ ਉਹ ਮੇਰੇ ਖਿਆਲ ਚੰਡੀਗੜ੍ਹ ਤੱਕ ਪਹੁੰਚਿਆ ਹੈ। ਉਹ ਪੁਲਿਸ ਵਾਲੇ ਨੇ ਫਿਰ ਬੋਲ ਕੇ ਪਾਇਆ ਸੀ ਔਰ ਕਿਵੇਂ ਉਹ ਰੋ ਰਿਹਾ ਸੀ, ਨਾਲ ਉਹਦੀ ਬੇਟੀ ਸੀ, ਕਿੰਨਾ ਦੁਖਾਂਤ ਹੈ ਨਾ। ਔਰ ਫਿਰ ਪੁਲਿਸ ਵਾਲੇ ਵੀਰ ਨੇ ਕੀਤੀ ਸੀ ਬੇਨਤੀ ਲੋਕਾਂ ਨੂੰ ਕਿ ਉਹ ਪਹਿਲਾਂ ਵੀ ਹੈਲਪ ਕਰਦਾ ਹੋਣਾ ਹੈ, ਪਰ ਗਲਤੀ ਪੁਲਿਸ ਵਾਲੇ ਵੀਰ ਤੋਂ ਇਹ ਹੋਊਗੀ ਕਿ ਉਹਨੇ ਆਪਣਾ ਕੋਈ ਫੋਨ ਨੰਬਰ ਜਾਂ ਕੰਟੈਕਟ ਨੰਬਰ ਨਹੀਂ ਦਿੱਤਾ ਤੇ ਉਹਨੂੰ ਹੌਸਲਾ ਦਿੱਤਾ ਕਿ ਤੁਸੀਂ ਆਪਣੇ ਰਿਸ਼ਤੇਦਾਰ ਦੇ ਘਰ ਦੇ ਵਿੱਚ ਰਹੋ ਤੇ ਅਸੀਂ 2-4 ਦਿਨ ਦੇ ਵਿੱਚ ਸਹਿਯੋਗ ਕਰਕੇ ਤੁਹਾਡਾ ਮਕਾਨ ਤੁਹਾਨੂੰ ਦਵਾਵਾਂਗੇ ਔਰ ਤੁਹਾਨੂੰ ਵਾਪਸ ਘਰ ਪਹੁੰਚਾਵਾਂਗੇ। ਤੇ ਨਾਲ ਉਹਨੇ ਹੱਥ ਜੋੜ ਬੇਨਤੀ ਵੀ ਕੀਤੀ ਕਿ ਜਿਸ ਵੀਰ ਨੇ ਪੈਸੇ ਦਿੱਤੇ ਨੇ ਉਹ ਆਪਣੀ ਵਿਆਜ ਛੱਡ ਦੇਵੇ ਤੇ ਉਹਦਾ। ਹੁਣ ਦੇਖੋ ਕਿੰਨਾ ਵੱਡਾ ਦੁਖਾਂਤ ਹੈ ਨਾ, ਔਰ ਐਸੇ ਦੁਖਾਂਤ ਰੋਜ਼ ਵਾਪਰਦੇ ਨੇ। ਤੇ ਜੇ ਘਰ ਘਰ ਵੇਖੇ ਸਿਰਜਣਹਾਰ ਦੀ ਭਾਵਨਾ ਬੰਦੇ ਦੇ ਅੰਦਰ ਹੋਵੇ ਕਿ ਮੇਰੇ ਅੰਦਰ ਰੱਬ ਹੈ, ਰੱਬੀ ਗੁਣ ਮਨੁੱਖ ਦੇ ਅੰਦਰ ਹੋਣ, ਜੇ ਉਹਨਾਂ ਦੀ ਵਰਤੋਂ ਕਰੇ ਤਾਂ ਫਿਰ ਐਸਾ ਕੁਝ ਨਹੀਂ ਹੋਏਗਾ ਨਾ। ਫਿਰ ਐਸਾ ਨਹੀਂ ਹੋਏਗਾ, ਫਿਰ ਬੰਦਾ ਦੂਜੇ ਦੇ ਦੁੱਖਾਂ ਨੂੰ ਸਮਝੇਗਾ, ਫਿਰ ਦੂਜੇ ਦੀ ਹੈਲਪ ਕਰੇਗਾ। ਔਰ ਸਾਨੂੰ ਇਹ ਚੀਜ਼ਾਂ ਇਤਿਹਾਸ ਤੋਂ ਵੀ ਸਿੱਖਣੀਆਂ ਚਾਹੀਦੀਆਂ ਨੇ। ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, 10 ਗੁਰੂ ਸਾਹਿਬਾਨ, ਉਹਨਾਂ ਦੇ ਕੋਲ ਦਸਵੰਧ ਦੀ ਮਾਇਆ ਆਉਂਦੀ ਹੈ ਨਾ, ਤੇ ਉਸ ਦਸਵੰਧ ਦੀ ਵਰਤੋਂ ਕਿੱਥੇ ਕੀਤੀ ਗਈ ਹੈ? ਨਗਰ ਵਸਾਏ ਗਏ ਨੇ, ਨਗਰ। ਗੁਰੂ ਨਾਨਕ ਪਾਤਸ਼ਾਹ ਜੀ ਕਰਤਾਰਪੁਰ ਵਸਾ ਰਹੇ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਖੰਡੂਰ ਸਾਹਿਬ ਨੂੰ ਆਬਾਦ ਕਰ ਰਹੇ ਨੇ, ਗੁਰੂ ਅਮਰਦਾਸ ਜੀ ਗੋਇੰਦਵਾਲ ਨੂੰ ਆਬਾਦ ਕਰ ਰਹੇ ਨੇ, ਨਵੇਂ ਨਗਰ। ਉਹਨਾਂ ਨਗਰਾਂ ਦੇ ਅੰਦਰ
ਸਾਂਝੀ ਧਰਮਸ਼ਾਲਾ ਹੈ ਜਿੱਥੇ ਹਰ ਇੱਕ ਨੂੰ ਲੰਗਰ ਪ੍ਰਸ਼ਾਦਾ ਮਿਲਦਾ ਹੈ। ਸਾਂਝੀ ਇੱਕ ਡਿਸਪੈਂਸਰੀ ਹੈ, ਦਵਾਖਾਨਾ ਹੈ ਜਿੱਥੋਂ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ, ਫ੍ਰੀ ਇਲਾਜ। ਔਰ ਫਿਰ ਲੋਕਾਂ ਨੂੰ, ਬੇਘਰਿਆਂ ਨੂੰ ਉੱਥੇ ਘਰ ਦਿੱਤੇ ਗਏ ਨੇ ਤੇ ਨਾਲ ਉਹਨਾਂ ਨੂੰ ਰੁਜ਼ਗਾਰ ਦੇ ਸਾਧਨ ਦਿੱਤੇ ਗਏ ਨੇ। ਰੋਲ ਮਾਡਲ ਪਿੰਡ ਸਨ। ਇੱਕ ਐਸੇ ਰਾਜ ਦਾ ਨਕਸ਼ਾ ਪਿੰਡਾਂ ਦੇ ਅੰਦਰ ਵਿਖਾਇਆ ਗਿਆ ਕਿ ਪੂਰੀ ਦੁਨੀਆ ਐਸੀ ਹੋ ਸਕਦੀ ਹੈ। ਇਹਨੂੰ ਸਮਝੀਏ ਥੋੜਾ ਜਿਹਾ। ਮੰਨ ਲਓ ਅਸੀਂ 3-4 ਭੈਣ ਭਰਾ ਮਿਲ ਕੇ ਐਸੀ ਜ਼ਿੰਦਗੀ ਜੀਂਦੇ ਹਾਂ, ਤਾਂ ਜੇ 3-4-5 ਅਸੀਂ ਭੈਣ ਭਰਾ ਜੀ ਸਕਦੇ ਹਾਂ, 10 ਵੀ ਜੀ ਸਕਦੇ ਨੇ, 20 ਵੀ, 50 ਵੀ। ਜੇ ਇੱਕ ਪਿੰਡ ਜੀ ਸਕਦਾ ਹੈ ਤਾਂ ਦੂਜਾ ਪਿੰਡ ਵੀ, ਤੀਜਾ ਵੀ, ਚੌਥਾ ਵੀ, ਸਾਰੀ ਦੁਨੀਆ ਵੀ ਇਸ ਤਰ੍ਹਾਂ ਜੀ ਸਕਦੀ ਹੈ, ਪੋਸੀਬਿਲਿਟੀ ਹੈ। ਲੇਕਿਨ ਅਸੀਂ ਉਸ ਚੀਜ਼ ਨੂੰ ਭੁਲਾ ਬੈਠੇ। ਜਿੰਨੇ ਵੱਡੇ ਵੱਡੇ ਡੇਰੇ ਬਣੇ ਨੇ, ਇਹਨਾਂ ਡੇਰਿਆਂ ਦੀ ਜਗ੍ਹਾ ਤੇ ਜੇਕਰ ਸੰਗਤਾਂ ਦੇ ਦਸਵੰਧ ਦੇ ਨਾਲ ਇਹੋ ਜਿਹੇ ਰੋਲ ਮਾਡਲ ਪਿੰਡ ਵਸਾਏ ਜਾਂਦੇ, ਬੇਘਰਿਆਂ ਨੂੰ ਘਰ ਦਿੱਤੇ ਜਾਂਦੇ ਔਰ ਬੇਰੁਜ਼ਗਾਰਾਂ ਵਾਸਤੇ ਰੁਜ਼ਗਾਰਾਂ ਦੇ ਸਾਧਨ ਪੈਦਾ ਕੀਤੇ ਜਾਂਦੇ, ਤਾਂ ਕਿੰਨਾ ਚੰਗਾ ਹੁੰਦਾ। ਜਦੋਂ ਅਸੀਂ ਇਸ ਚੀਜ਼ ਚੋਂ ਸਿੱਖਿਆ ਲਵਾਂਗੇ ਨਾ, ਘਰ ਘਰ ਵੇਖੇ ਸਿਰਜਣਹਾਰ ਕਿ ਰਚਨਹਾਰ ਪ੍ਰਭੂ ਆਪਣੀ ਰਚਨਾ ਦੀ ਪਾਲਣਾ ਕਰ ਰਿਹਾ ਹੈ ਤੇ ਉਹ ਪਾਲਣਾ ਕਰਨ ਵਾਲਾ ਸਾਡੇ ਸਾਰਿਆਂ ਦੇ ਅੰਦਰ ਬੈਠਾ ਹੈ। ਫਿਰ ਬੰਦਾ ਦੂਜਿਆਂ ਨੂੰ ਕਤਲ ਨਹੀਂ ਕਰੇਗਾ, ਫਿਰ ਬੰਦਾ ਦੂਜਿਆਂ ਦੀ ਪ੍ਰੋਪਰਟੀ ਨਹੀਂ ਹੜਪੇਗਾ, ਫਿਰ ਦੂਜਿਆਂ ਦਾ ਬੰਦਾ ਹੱਕ ਨਹੀਂ ਖਾਏਗਾ, ਫਿਰ ਦੁਖੀ ਨੂੰ ਹੋਰ ਦੁਖੀ ਨਹੀਂ ਕਰੇਗਾ, ਫਿਰ ਹਰ ਇੱਕ ਦੀ ਪਾਲਣਾ ਕਰੇਗਾ, ਫਿਰ ਹਰ ਇੱਕ ਦੀ ਰੋਟੀ ਕੱਪੜੇ ਮਕਾਨ ਦੀ ਲੋੜ ਪੂਰੀ ਹੋਵੇਗੀ। ਦੇਖੋ ਅੱਜ ਦਾ ਸਿਸਟਮ ਕਿਵੇਂ ਅਮੀਰ ਬੰਦਾ ਅਮੀਰ ਹੋਈ ਜਾ ਰਿਹਾ ਹੈ। ਮੇਰੀ ਕੋਈ ਅਮੀਰਾਂ ਦੇ ਨਾਲ ਦੁਸ਼ਮਣੀ ਨਹੀਂ ਹੈ, ਗਰੀਬ ਬੰਦਾ ਹੋਰ ਰੋਜ਼ ਗਰੀਬ ਹੋਈ ਜਾ ਰਿਹਾ ਹੈ। ਗੱਲ ਇੱਥੇ ਹੈ ਅਸਾਵੀਂ ਵੰਡ ਦੀ, ਗੱਲ ਇੱਥੇ ਹੈ ਸਚਿਆਰ ਨਾ ਹੋਣ ਦੀ। ਜੇਕਰ ਗੁਰਬਾਣੀ ਨੂੰ ਸਮਝ ਕੇ ਜ਼ਿੰਦਗੀ ਜੀਵੀ ਜਾਵੇ ਤਾਂ ਬਹੁਤ ਕੁਝ ਸੰਸਾਰ ਦੇ ਅੰਦਰ ਬਦਲਾਵ ਆ ਸਕਦਾ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਇੱਥੇ ਨਾਨਕ ਤੇ ਥੋੜਾ ਜਿਹਾ ਰੁਕ ਜਾਣਾ ਹੈ, ਵਿਸ਼ਰਾਮ ਲਗਾਣਾ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਇਹ ਨਾਨਕ ਆਖ ਕਿ ਸੱਚੇ ਦੀ ਜਿਹੜੀ ਕਾਰ ਹੈ ਨਾ, ਇਹ ਰਚਨਾ, ਇਹ ਸਭ ਸੱਚੀ ਹੈ। ਸੱਚੀ ਦਾ ਮਤਲਬ ਜਿਹਦੇ ਵਿੱਚ ਕੋਈ ਕਮੀ ਨਹੀਂ, ਜਿਹਦੇ ਵਿੱਚ ਕੋਈ ਦੋਸ਼ ਨਹੀਂ, ਜਿਹਦੇ ਅੰਦਰ ਕੋਈ ਉਕਾਈ ਨਹੀਂ ਹੈ। ਸੰਸਾਰ ਦੇ ਵੱਲ ਝਾਤ ਅਸੀਂ ਜਦੋਂ ਮਾਰਦੇ ਹਾਂ ਨਾ, ਤਾਂ ਇਹਨਾਂ ਨੇਮਾਂ ਦੇ ਅੰਦਰ ਕੋਈ ਉਕਾਈ ਨਹੀਂ। ਹਾਂ, ਇਹ ਗੱਲ ਵੱਖਰੀ ਹੈ ਕਿ ਅਸੀਂ, ਸਾਡੀ ਸੋਚ ਸੈਲਫਿਸ਼ ਹੋਵੇ, ਸਾਡੀ ਸੋਚ ਸੀਮਤ ਹੋਵੇ, ਮੈਂ ਕੇਵਲ ਆਪਣੇ ਵਾਸਤੇ ਸੋਚਦਾ ਹਾਂ, ਤਾਂ ਉਹ ਇੱਕ ਵੱਖਰਾ ਟੌਪਿਕ ਹੈ। ਮੈਨੂੰ ਚਾਰ ਚੁਫੇਰੇ ਕਮੀਆਂ ਨਜ਼ਰ ਆਉਣ, ਪਰ ਜਦੋਂ ਮੈਂ ਪੂਰੇ ਬ੍ਰਹਿਮੰਡ ਨੂੰ ਦੇਖਦਾ ਹਾਂ, ਪੂਰੀ ਸਮੁੱਚਤਾ ਨੂੰ ਦੇਖਦਾ ਹਾਂ, ਤਾਂ ਸਮੁੱਚਤਾ ਦੇ ਅੰਦਰ ਕੋਈ ਕਮੀ ਨਹੀਂ ਹੈ। ਜੇ ਮੈਂ ਹੁਣ ਬਾਹਰ ਸੈਰ ਕਰਨ ਵਾਸਤੇ ਗਿਆ ਹਾਂ ਤੇ ਰਾਸਤੇ ਵਿੱਚ ਬਰਸਾਤ ਆ ਜਾਏ ਤੇ ਮੈਨੂੰ ਲੱਗਦਾ ਹੈ ਕਮੀ ਹੈ, ਮੇਰੇ ਕੱਪੜੇ ਭਿੱਜ ਜਾਣਗੇ, ਬਰਸਾਤ ਰੁਕ ਜਾਏ, ਬਰਸਾਤ ਰੁਕ ਜਾਣੀ ਚਾਹੀਦੀ ਹੈ, ਤਾਂ ਮੈਂ ਸਿਰਫ ਆਪਣੇ ਕੱਪੜਿਆਂ ਵਾਸਤੇ ਦੇਖ ਰਿਹਾ ਹਾਂ। ਪੂਰੇ ਇਸ ਸਿਸਟਮ ਦੇ ਅੰਦਰ ਉਸ ਬਰਸਾਤ ਦੀ ਕੀ ਰੋਲ ਹੈ, ਉਹਦੇ ਵੱਲ ਮੇਰਾ ਧਿਆਨ ਨਹੀਂ ਹੈ। ਜਦੋਂ ਮੈਂ ਸਮੁੱਚਤਾ ਨੂੰ ਵੇਖਾਂਗਾ ਤਾਂ ਫਿਰ ਇਸ ਦੁਨੀਆ ਦੇ ਅੰਦਰ ਕੋਈ ਕਮੀ ਔਰ ਕੋਈ ਦੋਸ਼ ਨਹੀਂ ਹੈ। ਇਹ ਸੰਸਾਰ ਦੇ ਜਿਹੜੇ ਨੇਮ ਨੇ, ਨਿਯਮਾਵਲੀ ਹੈ, ਇਹ ਬਹੁਤ ਸੁੰਦਰ ਹੈ। ਇੱਥੇ ਅਨੇਕਾਂ ਮੌਸਮ ਨੇ, ਅਨੇਕਾਂ ਰਾਗ ਰੰਗ ਨੇ, ਅਨੇਕਾਂ ਕਿਸਮਾਂ ਨੇ, ਔਰ ਇਹ ਸਾਰੀ ਇੱਕ ਸਿਸਟਮ ਦੇ ਅੰਦਰ ਚੱਲ ਰਹੀ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਕੋਈ ਉਕਾਈ ਨਹੀਂ ਹੈ, ਉਕਾਈ ਤੋਂ ਰਹਿਤ ਹੈ। ਤਾਂ ਇਥੋਂ ਸਾਨੂੰ ਕੀ ਜੀਣ ਵਾਸਤੇ ਚੀਜ਼ ਮਿਲਦੀ ਹੈ ਕਿ ਰੱਬ ਦੀ ਜਦੋਂ ਹਰ ਕਾਰ ਸੱਚੀ ਹੈ, ਮੁਕੰਮਲ ਹੈ, ਕੋਈ ਉਕਾਈ ਨਹੀਂ, ਤਾਂ ਇਹਦਾ ਮਤਲਬ ਸਾਡੇ ਜੀਵਨ ਵਿੱਚ ਵੀ ਕੋਈ ਉਕਾਈ ਨਹੀਂ ਹੋਣੀ ਚਾਹੀਦੀ। ਸਾਨੂੰ ਉਕਾਈਆਂ ਤੋਂ ਉੱਠਣਾ ਚਾਹੀਦਾ। ਜੇ ਅਸੀਂ ਸੱਚ ਦੇ ਨਾਲ ਜੁੜ ਜਾਈਏ ਤਾਂ ਉਕਾਈਆਂ ਆਟੋਮੈਟਿਕਲੀ ਖਤਮ ਹੋ ਜਾਣਗੀਆਂ। ਉਕਾਈ ਦੋਸ਼ ਹੁੰਦੇ ਹੀ ਉਦੋਂ ਨੇ ਜਦੋਂ ਅਸੀਂ ਸੱਚ ਦੇ ਨਾਲੋਂ ਟੁੱਟਦੇ ਹਾਂ। ਸੱਚ ਨਾਲੋਂ ਜਦੋਂ ਬੰਦਾ ਟੁੱਟ ਜਾਂਦਾ ਹੈ, ਉਦੋਂ ਹੀ ਰਿਸ਼ਵਤਖੋਰੀ, ਚੋਰ ਬਜ਼ਾਰੀਆਂ ਆਉਂਦੀਆਂ ਨੇ। ਸੱਚ ਦੇ ਨਾਲੋਂ ਜਦੋਂ ਟੁੱਟਦਾ ਹੈ, ਉਦੋਂ ਹੀ ਮੇਰ ਤੇਰ ਦੇ ਭਾਵਨੇ ਪੈਦਾ ਹੁੰਦੀਆਂ ਨੇ। ਅਸਲੀ ਸੱਚਾਈ ਤਾਂ ਇਹ ਹੈ ਕਿ ਮੈਨੂੰ ਇੱਜ਼ਤ ਚਾਹੀਦੀ ਹੈ, ਮੈਨੂੰ ਪਿਆਰ ਚਾਹੀਦਾ ਹੈ, ਮੈਨੂੰ ਸੁੱਖ ਚਾਹੀਦਾ ਹੈ। ਇਹ ਸੱਚਾਈ ਹੈ ਨਾ।
ਤੇ ਤੁਹਾਨੂੰ ਕੀ ਚਾਹੀਦਾ ਹੈ? ਇੱਜ਼ਤ, ਪਿਆਰ, ਸੁੱਖ ਔਰ ਮੁਕਤੀ ਤੁਹਾਨੂੰ ਵੀ ਇਹੀ ਚਾਹੀਦਾ ਨਾ। ਸੱਚਾਈ ਤਾਂ ਇਹੀ ਹੈ। ਤੇ ਜੇ ਮੈਂ ਸਮੁੱਚਤਾ ਦੀ ਸੱਚਾਈ ਨੂੰ ਵੇਖਾਂਗਾ ਤਾਂ ਫਿਰ ਮੈਨੂੰ ਸਮਝ ਪੈ ਜਾਏਗੀ ਕਿ ਜੇ ਮੇਰੇ ਅੰਦਰ ਦੀਆਂ ਭਾਵਨਾਵਾਂ ਐਸੀਆਂ ਨੇ ਤਾਂ ਮੇਰੇ ਸਾਹਮਣੇ ਬੈਠੇ ਹੋਏ ਭੈਣਾਂ ਭਰਾਵਾਂ ਦੀਆਂ ਭਾਵਨਾਵਾਂ ਵੀ ਇਹ ਨੇ। ਫਿਰ ਮੈਨੂੰ ਸਮਝ ਆ ਜਾਏਗੀ ਕਿ ਸੱਚਾਈ ਇਹ ਹੈ ਕਿ ਮੈਨੂੰ ਇਹਨਾਂ ਨੂੰ ਵੀ ਸਤਿਕਾਰ ਦੇਣਾ ਚਾਹੀਦਾ ਹੈ, ਇਹਨਾਂ ਭੈਣਾਂ ਭਰਾਵਾਂ ਦਾ ਆਦਰ ਕਰਨਾ ਚਾਹੀਦਾ ਹੈ, ਇਹਨਾਂ ਨੂੰ ਸੁੱਖ ਦੇਣਾ ਚਾਹੀਦਾ ਹੈ, ਇਹਨਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਕਰਨ ਦਾ ਮੈਨੂੰ ਕੋਈ ਅਧਿਕਾਰ ਨਹੀਂ ਹੈ। ਐਵੇਂ ਹਰ ਬੰਦਾ ਸੋਚੇਗਾ ਨਾ, ਤੇ ਜਦੋਂ ਐਵੇਂ ਸੋਚੇਗਾ ਜੀਵਨ ਮਹਾਨ ਹੋਏਗਾ। ਹੁਣ ਅਸੀਂ ਜਪਜੀ ਸਾਹਿਬ ਕਿੰਨੇ ਸਮੇਂ ਤੋਂ ਪੜ੍ਹ ਰਹੇ ਹਾਂ? ਕਰੀਬ ਕਰੀਬ ਹੋ ਸਕਦਾ ਹੈ ਸਾਰੇ ਵੀਰਾਂ ਭੈਣਾਂ ਨੂੰ ਵੀ ਜਪਜੀ ਸਾਹਿਬ ਮੂੰਹ ਜ਼ਬਾਨੀ ਯਾਦ ਹੋਵੇ। ਜਪਜੀ ਸਾਹਿਬ ਇੱਕ ਐਸੀ ਬਾਣੀ ਹੈ ਜੋ ਸਿੱਖ ਜਗਤ ਵਿੱਚ ਸਭ ਤੋਂ ਜ਼ਿਆਦਾ ਜ਼ਬਾਨੀ ਯਾਦ ਹੈ। ਔਰ ਕਈ ਲੋਕ ਐਸੇ ਤੁਹਾਨੂੰ ਮਿਲ ਜਾਣਗੇ ਬਜ਼ੁਰਗ ਜਿਹੜੇ ਪੜ੍ਹੇ ਹੋਏ ਨਹੀਂ, ਪਰ ਜਪਜੀ ਸਾਹਿਬ ਉਹਨਾਂ ਨੇ ਸੁਣ ਸੁਣ ਕੇ ਹੀ ਯਾਦ ਕੀਤਾ ਹੋਇਆ। ਸਭ ਤੋਂ ਜ਼ਿਆਦਾ ਪੜ੍ਹਿਆ ਜਾਂਦਾ ਜਪਜੀ ਸਾਹਿਬ। ਕਿੰਨੇ ਸਮੇਂ ਤੋਂ ਪੜ੍ਹ ਰਹੇ ਹਾਂ, ਤੇ ਜੇ ਅਸੀਂ ਇਹਨਾਂ ਚੀਜ਼ਾਂ ਤੇ ਅਮਲ ਕੀਤਾ ਹੁੰਦਾ, ਇਹਦਾ ਮਤਲਬ ਇਹ ਨਹੀਂ ਕਿ ਅਮਲ ਨਹੀਂ ਕੀਤਾ। ਜੇ ਬਹੁਤਾਤ ਗਿਣਤੀ ਨੇ ਅਮਲ ਕੀਤਾ ਹੁੰਦਾ, ਜੇ ਇੱਕ ਸਚਿਆਰਤਾ ਦੇ ਮਾਰਗ ਨੂੰ ਅਪਣਾਇਆ ਹੁੰਦਾ, ਫਿਰ ਇਸ ਸਮਾਜ ਦੀ ਜਾਂ ਸਾਡੀ ਆਪਣੀ ਜਾਂ ਸਾਡੇ ਪਰਿਵਾਰਾਂ ਦੀ ਜਾਂ ਇਸ ਸੰਸਾਰ ਦੀ ਦਸ਼ਾ ਕੁਝ ਹੋਰ ਹੋਣੀ ਸੀ ਨਾ। ਸਾਡੇ ਸੋਚਣ ਦਾ ਢੰਗ ਹੋਰ ਹੋਣਾ ਸੀ, ਸਾਡੇ ਚਿਹਰੇ ਤੇ ਖਿੜਾਵ ਹੋਣਾ ਸੀ, ਸਾਡੇ ਅੰਦਰ ਚੜ੍ਹਦੀ ਕਲਾ ਹੋਣੀ ਸੀ, ਸਾਡੇ ਅੰਦਰ ਐਸੀਆਂ ਭਾਵਨਾਵਾਂ ਹੋਣੀਆਂ ਸਨ। ਮੇਰ ਤੇਰ ਦੇ ਵਿਤਕਰੇ, ਜਾਤੀਵਾਦ, ਦੂਜਾ ਤੀਜਾ ਨਹੀਂ ਸੀ ਹੋਣਾ। ਅਗਲਾ ਬਚਨ ਕਰਦੇ ਨੇ, ਆਦੇਸ਼ ਤਿਸੈ ਆਦੇਸ਼, ਕਿ ਇਹ ਜੋਗੀ ਜਨੋ, ਇਹ ਜਿਹੜਾ ਤੁਸੀਂ ਆਸਣ ਲਗਾਈ ਬੈਠੇ ਹੋ, ਜਿਹੜੇ ਨਿੱਕੇ ਨਿੱਕੇ ਭੰਡਾਰੇ ਲਗਾਈ ਬੈਠੇ ਹੋ, ਇਹਦੀ ਬਜਾਏ ਰੱਬ ਦੇ ਚਰਨਾਂ ਵਿੱਚ ਨਮਸਕਾਰ ਕਰੋ। ਆਦੇਸ਼ ਤਿਸੈ ਆਦੇਸ਼। ਰੱਬ ਦਾ ਮਤਲਬ ਉੱਤੇ ਬੈਠਾ ਹੋਇਆ ਨਹੀਂ, ਕੁਦਰਤ ਦੇ ਅੰਦਰ ਰਮਿਆ ਹੋਇਆ, ਜ਼ਰਰੇ ਜ਼ਰਰੇ ਦੇ ਅੰਦਰ ਸਮਾਇਆ ਹੋਇਆ, ਹਰ ਇਨਸਾਨ ਦੇ ਅੰਦਰ ਦਿਸਦਾ ਹੋਇਆ, ਉਹਦੇ ਅੱਗੇ ਸਮਰਪਣ ਕਰੋ। ਆਦੇਸ਼ ਦਾ ਮਤਲਬ ਸਮਰਪਣ, ਸਰੈਂਡਰ ਹੋ ਜਾਓ। ਕਿਹਦੇ ਅੱਗੇ? ਰੱਬੀ ਗੁਣਾ ਅੱਗੇ, ਸੱਚ ਅੱਗੇ, ਦਇਆ ਅੱਗੇ ਸਰੈਂਡਰ ਹੋ ਜਾਓ। ਕੌਣ? ਆਦ, ਜੋ ਸਭ ਦਾ ਮੁੱਢ ਮੂਲ ਹੈ, ਅਨੀਲ, ਜੋ ਨੀਲ ਆਦਿਕ ਰੰਗਾਂ ਤੋਂ ਪਰੇ ਹੈ, ਭਾਵ ਕਿ ਜੋ ਬੇਦਾਗ ਹੈ, ਜਿਸ ਦੇ ਉੱਤੇ ਕੋਈ ਦਾਗ ਧੱਬਾ ਨਹੀਂ, ਜਿਸ ਦੇ ਉੱਤੇ ਕੋਈ ਕਲੰਕ ਨਹੀਂ। ਇਹਦਾ ਮਤਲਬ ਜਦੋਂ ਅਸੀਂ ਉਸ ਦੇ ਨਾਲ ਜੁੜਾਂਗੇ ਨਾ, ਅਸੀਂ ਵੀ ਕਲੰਕ ਰਹਿਤ ਹੋਵਾਂਗੇ, ਕਲੰਕ ਰਹਿਤ ਜ਼ਿੰਦਗੀ ਜੀਵਾਂਗੇ। ਕਿਹੜੇ ਵੱਡੇ ਵੱਡੇ ਕਲੰਕ ਇਸ ਮਨੁੱਖ ਨੇ ਮਨੁੱਖਤਾ ਦੇ ਮੱਥੇ ਤੇ ਲਗਾ ਦਿੱਤੇ ਨੇ। ਕਦੇ ਹੀਰੋਸ਼ੀਮਾ ਔਰ ਨਾਗਾਸਾਕੀ ਦੇ ਬੰਬ ਧਮਾਕਿਆਂ ਨੂੰ ਭੁੱਲਿਆ ਜਾ ਸਕਦਾ ਹੈ? ਕਿਹੜਾ ਵੱਡਾ ਕਲੰਕ ਕਿ ਜਿਸ ਨੇ ਮਨੁੱਖਤਾ ਦਾ ਘਾਣ ਕੀਤਾ। ਕਿਹੜੇ ਵੱਡੇ ਕਲੰਕ, ਜਿਵੇਂ 84 ਦੇ ਵਿੱਚ ਅਸੀਂ ਵੇਖਦੇ ਹਾਂ, ਸਿੱਖਾਂ ਦੇ ਗਲਾਂ ਵਿੱਚ ਪਾ ਪਾ ਕੇ ਟਾਇਰ ਅੱਗਾਂ ਲਗਾਈਆਂ ਗਈਆਂ। ਕਿਹੜੇ ਵੱਡੇ ਵੱਡੇ ਕਲੰਕ ਕਿ 2-2.5 ਸਾਲ ਦੀ ਬੱਚੀ ਦੇ ਨਾਲ ਜ਼ਬਰ ਜ਼ਿਨਾ ਔਰ ਜਨਮ ਤੋਂ ਪਹਿਲਾਂ ਹੀ ਬੱਚੀਆਂ ਦੀ ਹੱਤਿਆ। ਕਿਤਨੇ ਲੋਕ ਨੇ ਜੋ 2 ਨੰਬਰ ਦੇ ਧੰਦੇ ਆਦਿਕ ਕਰ ਰਹੇ ਹਨ। ਏਡੇ ਵੱਡੇ ਵੱਡੇ ਕਲੰਕ ਨੇ ਜੋ ਮਨੁੱਖਤਾ ਦੇ ਮੱਥੇ ਤੇ ਮਨੁੱਖ ਨੇ ਲਗਾਏ ਨੇ। ਤਾਂ ਜਦੋਂ ਉਸ ਅਨੀਲ ਦੇ ਨਾਲ ਬੰਦਾ ਜੁੜੇਗਾ ਨਾ, ਉਹਦੇ ਵਰਗਾ ਹੋਣਾ ਨਾ ਅਸਾਂ ਸਚਿਆਰ, ਤੇ ਸਚਿਆਰ ਦੇ ਅੰਦਰ ਕੋਈ ਕਲੰਕ ਨਹੀਂ ਹੁੰਦਾ। ਫਿਰ ਮਨੁੱਖ ਐਸੀ ਜ਼ਿੰਦਗੀ ਜੀਵੇਗਾ ਕਿ ਬੰਦੇ ਦੇ ਮੱਥੇ ਤੇ ਕਲੰਕ ਨਾ ਹੋਵੇ, ਬੰਦੇ ਨੂੰ ਪਛਤਾਵਾ ਨਾ ਹੋਵੇ, ਬੰਦੇ ਦੇ ਅੰਦਰ ਵਿਕਾਰ ਨਾ ਹੋਣ। ਅਨਾਦ, ਜਿਸ ਦਾ ਕੋਈ ਆਦ ਅੰਤ ਨਹੀਂ, ਅਨਾਹਤ, ਜੋ ਲਗਾਤਾਰ ਹੈ, ਕੰਟੀਨਿਊ, ਹਰ ਥਾਂ ਤੇ ਹਰ ਸਮੇਂ ਰਮਿਆ ਹੋਇਆ ਹੈ, ਜਿਹਦਾ ਜੁਗਾਂ ਪ੍ਰਯੰਤ ਇੱਕੋ ਵੇਸ਼ ਹੈ, ਭਾਵ ਕਿ ਜਿਹਦੇ ਤੇ ਬਚਪਨ, ਜਵਾਨੀ ਔਰ ਬੁਢੇਪਾ ਆਦਿਕ ਨਹੀਂ ਹੁੰਦਾ। ਅਗਲੀ ਪੌੜੀ ਵਿੱਚ ਗੁਰਦੇਵ ਸਾਨੂੰ ਸਮਝਾ ਰਹੇ ਹਨ ਕਿ ਉਹਨੂੰ ਕਿਸੇ ਕਰਮ ਕਾਂਡ ਦੇ ਨਾਲ ਨਹੀਂ ਪਾਇਆ ਜਾ ਸਕਦਾ, ਮਨਹਟ ਦੇ ਨਾਲ ਨਹੀਂ ਪਾਇਆ ਜਾ ਸਕਦਾ। ਜਿਵੇਂ ਯੋਗੀ ਜਨ ਇੱਕ ਸ਼ਬਦ ਉਚਾਰਦੇ ਹਨ, ਤੇ ਜਿਵੇਂ ਹੋਰ ਬਹੁਤ ਸਾਰੇ ਲੋਕ ਮੰਤਰਾਂ ਦਾ ਉਚਾਰਨ ਕਰਦੇ ਨੇ, ਔਰ ਇਹ ਸਮਝਿਆ ਜਾਂਦਾ ਹੈ ਕਿ ਕਿਸੇ ਇੱਕ ਮੰਤਰ ਨੂੰ ਬਾਰ-ਬਾਰ ਉਚਾਰਨ ਕਰਕੇ
ਮੈਂ ਕਿਸੇ ਦੇਵਤੇ ਨੂੰ ਜਾਂ ਰੱਬ ਨੂੰ ਖੁਸ਼ ਕਰ ਲਵਾਂਗਾ ਆਪਣੇ ਯਤਨਾਂ ਦੇ ਨਾਲ। ਤਾਂ ਇਹ ਅਸੀਂ ਹੁਣ ਤੱਕ ਦੀਆਂ ਸਾਰੀਆਂ ਪਿਛਲੀਆਂ ਪੌੜੀਆਂ ਵਿੱਚ ਵਿਚਾਰ ਆਏ ਹਾਂ ਕਿ ਆਪਣੇ ਮਨਹਠ ਦੇ ਕੰਮਾਂ ਦੇ ਨਾਲ ਰੱਬ ਨਹੀਂ ਮਿਲਦਾ, ਮਨਹਠ ਕਰਮਾਂ ਦੇ ਨਾਲ ਨਹੀਂ ਮਿਲਦਾ। ਉਹਦੇ ਅੱਗੇ ਤਾਂ ਸਮਰਪਣ ਕਰਨਾ ਪੈਣਾ ਹੈ, ਉਹਦੇ ਵਰਗਾ ਹੋਣਾ ਪੈਣਾ। ਜੇ ਇੱਕ ਗੜਾ ਇਹ ਕਵੇ ਕਿ ਮੈਂ ਖੁਰਨਾ ਤੇ ਨਹੀਂ, ਪਰ ਮੈਂ ਸਮੁੰਦਰ ਬਣਨਾ ਚਾਹੁੰਦਾ, ਮੈਨੂੰ ਫ੍ਰਿਜ ਦੇ ਵਿੱਚ ਰੱਖ ਦਿਓ ਤੇ ਫ੍ਰਿਜ ਨੂੰ ਸਮੁੰਦਰ ਦੇ ਕਿਨਾਰੇ ਰੱਖ ਕੇ ਪਿੱਛੇ ਬਿਜਲੀ ਦੇ ਦਿਓ ਤੇ ਮੈਂ ਅੰਦਰ ਪਿਆ ਰਵਾਂਗਾ, ਗੜਾ ਹੀ ਰਵਾਂਗਾ, ਲੇਕਿਨ ਮੈਂ ਮੰਤਰ ਪੜ੍ਹੀ ਜਾਵਾਂਗਾ ਤੇ ਮੰਤਰ ਪੜ੍ਹ ਪੜ੍ਹ ਕੇ ਫ੍ਰਿਜ ਦੇ ਵਿੱਚ ਹੀ ਮੈਂ ਸਮੁੰਦਰ ਬਣ ਜਾਵਾਂਗਾ। ਕਦੀ ਐਸਾ ਹੋ ਸਕਦਾ ਹੈ? ਨਹੀਂ ਨਾ। ਜੇ ਗੜਾ ਕਹੇ ਕਿ ਤੁਸੀਂ ਮੈਨੂੰ ਕਿਸੇ ਧਰਮ ਗ੍ਰੰਥ ਦੇ ਪਾਠ ਸੁਣਾਈ ਜਾਓ, ਮੈਂ ਵਰਤ ਰੱਖੀ ਜਾਵਾਂਗਾ, ਮੈਂ ਕੁਝ ਖਾਣਾ ਨਹੀਂ, ਮੈਂ ਸ਼ਰਾਧ ਕਰੀ ਜਾਵਾਂਗਾ, ਮੈਨੂੰ ਫ੍ਰਿਜ ਦੇ ਵਿੱਚ ਬੰਦ ਕਰਕੇ ਤੇ ਮੈਨੂੰ ਤੀਰਥਾਂ ਦੇ ਉੱਤੇ ਘੁਮਾ ਲਿਆਓ ਤੇ ਮੈਂ ਸਮੁੰਦਰ ਫ੍ਰਿਜ ਦੇ ਵਿੱਚ ਹੀ ਬਣ ਜਾਵਾਂ, ਕੀ ਐਸਾ ਹੋਏਗਾ? ਜੇ ਇੱਕ ਬੀਜ ਨਿੱਕਾ ਜਿਹਾ ਕਹੇ ਕਿ ਮੈਨੂੰ ਕਿਸੇ ਲੋਹੇ ਦੀ ਡੱਬੀ ਵਿੱਚ ਬੰਦ ਕਰ ਦਿਓ ਜਿੱਥੇ ਮੈਨੂੰ ਨਵੀਂ ਆਦਿਕ ਨਾ ਮਿਲੇ ਤੇ ਮੈਂ ਕੋਈ ਵੀ ਧਰਮ ਗ੍ਰੰਥ ਦੇ ਮੈਨੂੰ ਪਾਠ ਸੁਣਾਈ ਜਾਓ ਤੇ ਮੈਂ ਰੁੱਖ ਇਸ ਡੱਬੀ ਦੇ ਵਿੱਚ ਹੀ ਬਣ ਜਾਵਾਂ, ਐਸਾ ਹੋ ਸਕਦਾ? ਕਦੇ ਵੀ ਨਹੀਂ। ਹੁਣ ਗੜਾ ਸਮੁੰਦਰ ਕਦੋਂ ਬਣੇਗਾ? ਜਦੋਂ ਉਹ ਗਲੇਗਾ, ਜਦੋਂ ਆਪਣਾ ਆਪਾ ਤਿਆਗਣ ਲਈ ਤਿਆਰ ਹੋਏਗਾ। ਆਪਣਾ ਆਪਾ ਜੇ ਤਿਆਗ ਦੇਵੇ ਤੇ ਨਾਲ ਦੇ ਨਾਲ ਉਹ ਗੜਾ ਸਮੁੰਦਰ ਹੋ ਜਾਏਗਾ। ਓਰਾ ਗਰ ਪਾਣੀ ਪਿਆ ਜਾਏ ਮਿਲਿਓ ਟਲ ਕੋ। ਤੇ ਜੇ ਕੋਈ ਬੰਦਾ ਕਵੇ ਕਿ ਮੈਂ ਤੂੰ ਕਰੀ ਜਾਵਾਂ, ਰੱਬ ਦੇ ਕਿਸੇ ਇੱਕ ਨਾਮ ਦਾ ਮੈਂ ਜਾਪ ਜਪੀ ਜਾਵਾਂ ਤੇ ਬਾਕੀ ਕਰਮ ਮੈਂ ਆਪਣੇ ਨਾਮ ਬਦਲਾਂ, ਆਪਣੀ ਹਉਮੈ ਨੂੰ ਨਾ ਗਵਾਵਾਂ, ਤਾਂ ਕਿ ਐਵੇਂ ਉਹ ਰੱਬ ਹੋ ਜਾਏਗਾ? ਝੂਠ ਵੀ ਬੋਲੀ ਜਾਏ, ਲੋਕਾਂ ਦੇ ਨਾਲ ਵਿਤਕਰੇ ਵੀ ਕਰੀ ਜਾਏ, ਹਉਮੈ ਹੰਕਾਰ ਵੀ ਕਰੀ ਜਾਏ, ਤੇ ਐਵੇਂ ਕੀ ਰੱਬ ਮਿਲ ਜਾਏਗਾ? ਕਦੇ ਨਹੀਂ। ਦੇਖੋ ਕਿੰਨੀਆਂ ਮਿਸਾਲਾਂ ਨੇ, ਮੈਂ ਇਹ ਪਹਿਲਾਂ ਤਾਂ ਕਹਿ ਰਿਹਾ ਜਿਸ ਕਰਕੇ ਸਾਨੂੰ ਇਸ ਪੌੜੀ ਦੀ ਸਹੀ ਸਮਝ ਲੱਗ ਜਾਏ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਂਧੇ। ਕਿੰਨੇ ਪਾਠ ਪੜ ਲਏ, ਵੇਦਾਂ ਦੀ ਵਿਚਾਰ ਕਰ ਲਈ। ਨਿਵਲ ਦਾ ਮਤਲਬ ਨਿਉਲੀ ਕਰਮ। ਨਿਉਲੀ ਕਰਮ ਕਹਿੰਦੇ ਨੇ ਭੁੱਖੇ ਰਹਿ ਕੇ ਆਪਣੇ ਪੇਟ ਦੀਆਂ ਆਂਦਰਾਂ ਨੂੰ ਸਾਫ਼ ਕਰਕੇ ਫਿਰ ਉਹਨਾਂ ਆਂਦਰਾਂ ਨੂੰ ਘੁਮਾਣਾ। ਜਿਵੇਂ ਆਪਨੇ ਵੇਖਿਆ ਹੋਣਾ ਨਾ, ਬਾਬਾ ਰਾਮਦੇਵ ਗੋਡਿਆਂ ਤੇ ਹੱਥ ਧਰ ਕੇ ਪੇਟ ਨੂੰ ਘੁਮਾਉਂਦਾ, ਨਿਉਲੀ ਕਰਮ। ਜੇ ਨਿਉਲੀ ਕਰਮ ਕੀਤਿਆਂ ਰੱਬ ਥੋੜਾ ਮਿਲੇ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ। ਭੁਅੰਗਮ ਦਾ ਮਤਲਬ ਭੁਜੰਗਮਾ ਨਾੜੀ ਰਾਹੀਂ ਜੇ ਕੋਈ ਪ੍ਰਾਨ ਦਸਮ ਦੁਆਰ ਵਿੱਚ ਚੜਾ ਲਵੇ। ਪਰ ਗੁਰੂ ਜੀ ਕਹਿੰਦੇ ਨੇ ਪੰਚ ਜਨਾ ਸੁਸੰਗ ਨਾ ਛੁਟਕਿਓ, ਕਾਮ ਕ੍ਰੋਧ ਇਹ ਤੇ ਵਿਕਾਰ ਤੇਰੇ ਚੋਂ ਖਤਮ ਨਹੀਂ ਹੋਏ, ਅਧਿਕ ਅਹੰਗ ਬੁੱਧ ਬਾਂਧੇ। ਤੂੰ ਹੋਰ ਹੰਕਾਰੀ ਹੋ ਗਿਆ ਕਿ ਮੇਰੇ ਵਰਗਾ ਕੋਈ ਪੇਟ ਨਹੀਂ ਕਮਾ ਸਕਦਾ, ਮੇਰੇ ਵਰਗਾ ਕੁਛ ਕਰ ਨਹੀਂ ਸਕਦਾ। ਹੋਰ ਹੰਕਾਰ ਹੋ ਗਿਆ ਨਾ ਇਹਨਾਂ ਚੀਜ਼ਾਂ ਨਾਲ, ਮੇਰੇ ਵਰਗਾ ਕੋਈ ਪਾਠ ਨਹੀਂ ਕਰ ਸਕਦਾ। ਅਗਲਾ ਬਚਨ ਕਰਦੇ ਨੇ ਮੌਨ ਪਇਓ ਕਰਪਾਤੀ ਰਹਿਓ। ਕਰਪਾਤੀ ਦਾ ਮਤਲਬ ਭਾਂਡੇ ਵੀ ਨਹੀਂ ਵਰਤਨੇ, ਇਹਨਾਂ ਤਿਆਗੀ ਵੀ ਕਿਸੇ ਦੇ ਘਰ ਦੇ ਅੱਗੇ ਜਾ ਕੇ ਸਾਧੂ ਖਲੋ ਜਾਂਦੇ ਸਨ, ਜਿਹੜੀ ਰੋਟੀ ਜਿਹੋ ਜਿਹੀ ਮਿਲੀ ਹੱਥਾਂ ਤੇ ਲਈ ਤੇ ਹੱਥਾਂ ਤੇ ਖਾ ਕੇ ਮੌਨੀ ਹੋ ਗਿਆ ਕੋਈ, ਕਿ ਐਵੇਂ ਰੱਬ ਮਿਲਿਆ? ਮੌਨ ਪਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨਵਾਹੀ, ਤਤ ਤੀਰਥ ਸਭ ਧਰਤੀ ਭ੍ਰਮਿਓ। ਤੀਰਥਾਂ ਦੇ ਕਿਨਾਰਿਆਂ ਤੇ ਸਾਰੀ ਧਰਤੀ ਨੂੰ ਘੁੰਮ ਲਿਆ, ਦੁਬਦਾ ਛੁੱਟ ਕੇ ਨਾ ਹੀ ਮੇਰ ਤੇਰ ਦੇ ਵਿਤਕਰੇ ਫਿਰ ਨਹੀਂ ਗਏ। ਮਨ ਕਾਮਨਾ ਤੀਰਥ ਜਾਏ ਬਸਿਓ, ਮਨ ਦੀ ਕਾਮਨਾ ਕਰਕੇ ਕਿਸੇ ਦੇ ਤੀਰਥ ਦੇ ਕਿਨਾਰੇ ਹੀ ਜਾ ਕੇ ਵਸ ਗਿਆ ਕਿ ਮੈਂ ਰਹਿਣਾ ਹੀ ਤੀਰਥ ਦੇ ਕਿਨਾਰੇ ਤੇ ਵੇ। ਸਿਰ ਕਰਵਤ ਧਰਾਏ ਔਰ ਸਿਰ ਦੇ ਉੱਤੇ ਆਰੇ ਦੇ ਨਾਲ ਚਿਰਾ ਲਿਆ। ਕਾਸ਼ੀ ਦੇ ਵਿੱਚ ਬ੍ਰਾਹਮਣਾਂ ਨੇ ਆਰਾ ਇੱਕ ਲਗਾਇਆ ਹੁੰਦਾ ਸੀ ਤੇ ਕਿਹਾ ਜਾਂਦਾ ਸੀ ਆਪਣਾ ਸਰਬੰਸ ਦਾਨ ਕਰਕੇ ਜਿਹੜਾ ਇਸ ਆਰੇ ਨਾਲ ਚਿਰ ਜਾਏਗਾ ਉਹ ਮੁਕਤ ਹੋ ਜਾਏਗਾ। ਗੁਰੂ ਜੀ ਕਹਿੰਦੇ ਨੇ ਆਰੇ ਨਾਲ ਵੀ ਚਿਰ ਜਾਓ ਤਾਂ ਵੀ ਕੁਛ ਨਹੀਂ। ਮਨ ਕੀ ਮੈਲ ਨਾ ਉਤਰੇ ਇਹ ਬਿੱਜੀ, ਲੱਖ ਯਤਨ ਕਰਾਏ, ਲੱਖਾਂ ਵੀ ਯਤਨ ਕਰ ਲੋ, ਮੈਂਟੈਲਿਟੀ ਤੇ ਸਾਫ਼ ਹੋਈ ਨਹੀਂ। ਅਗਲਾ ਦੇਖੋ ਕਿੰਨੇ ਸਾਨੂੰ ਇਹ ਚੀਜ਼ਾਂ ਦੱਸੀਆਂ ਨੇ। ਦੇਸ਼ ਛੋੜ ਪਰਦੇਸੈਂ ਤਾਇਆ, ਪੰਜ ਚੰਡਾਲ ਨਾਲੇ ਲੈ ਆਇਆ, ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੈ ਤ੍ਰਿਪਤਾਵਨ ਤੇ ਚੂਕਾ।
बनता छोड़ बद नदर पर नारी, वेश न पाइए मह दुखियारी, बोले नाही होए बैठा मोनी, अंतर कलप भवाइए जूनी। ਇਹਨਾਂ ਸਾਰੇ ਕਰਮ ਕਰਨ ਵਾਲਿਆਂ ਦੇ ਗੁਰੂ ਜੀ ਨੇ ਵਿਰੋਧ ਵਿੱਚ ਬੋਲਿਆ ਕਿ ਇਹਨਾਂ ਕੰਮਾਂ ਦੇ ਨਾਲ ਕਦੇ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਐਸੇ ਕੰਮ ਕਰਨ ਵਾਲੇ ਤੇ ਪਹਿਲਾਂ ਵੀ ਬੜੇ ਸੀ। ਗੁਰੂ ਜੀ ਦਾ ਪਾਵਨ ਬਚਨ ਹੈ ਪਾਗੂ ਪੇਤਾਣਾ, ਨੰਗੇ ਪੈਰੀ। ਨੰਗੇ ਪੈਰੀ ਇੱਥੇ ਮੈਂ ਚੰਡੀਗੜ੍ਹ ਸੀ ਤੇ ਉੱਥੇ ਲੋਕ ਜਾਂਦੇ ਹੁੰਦੇ ਸਨ ਨੰਗੇ ਪੈਰੀ। ਕਈ ਵਾਰੀ ਪੂਰਨਮਾਸ਼ੀ ਵਾਲੇ ਦਿਨ ਜਾਂ ਐਤਵਾਰ ਦੇ ਐਤਵਾਰ ਲੋਕ ਜਾਂਦੇ ਸਨ ਨਾਢਾ ਸਾਹਿਬ। ਕਿੰਨੀ ਦੂਰ ਹੈ ਨੰਗੇ ਪੈਰੀ ਜਾਣਾ, ਕਿ ਅਸੀਂ ਨੰਗੇ ਪੈਰੀ ਹੈ। ਨੰਗੇ ਪੈਰੀ ਜਾਣ ਨਾਲ ਕੀ ਹੋ ਜਾਏਗਾ? ਗੁਰੂ ਜੀ ਕਹਿੰਦੇ ਨੇ ਪਾਗੂ ਪੇਤਾਣਾ, ਆਪਣਾ ਕੀਆ ਕਮਾਣਾ। ਜੇ ਨੰਗੇ ਪੈਰੀ ਤੂੰ ਫਿਰ ਰਿਹਾ ਹੈ, ਤੇਰੇ ਪੈਰ ਵਿੱਚ ਕੰਡੇ ਚੁੱਭਦੇ ਨੇ, ਕੋਈ ਰੋੜਾ ਕੱਚ ਚੁੱਭਦਾ ਹੈ, ਤੇ ਤੇਰੇ ਆਪਣੇ ਕੀਤੇ ਕਰਮ ਦਾ ਫਲ। ਤੈਨੂੰ ਕਿਹਨੇ ਕਿਹਾ ਨੰਗੇ ਪੈਰੀ ਕਰਿਆ ਰੱਬ ਮਿਲ ਜਾਏ? ਨਗਨ ਫਿਰਤ ਜੋ ਪਾਈਏ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਕਿਆ ਨਾਂਗੇ ਕਿਆ ਬਾਂਧੇ ਚਾਮ, जब नहीं चीनस आत्म राम। पागु पेताना, अपना किया कमाना, अलमल खाई, सिर छाई पाई, मूर्ख अंधे पत गवाई। इन्हां ਕੰਮਾਂ ਨਾਲ ਤੇ ਪੱਤ ਹੀ ਗਵਾਚਦੀ ਹੈ। ਤਾਂ ਆਓ ਹੁਣ ਇਹ ਪੌੜੀ ਨੂੰ ਅਸੀਂ ਸਮਝਣ ਦਾ ਯਤਨ। ਗੁਰੂ ਜੀ ਕਹਿੰਦੇ ਨੇ ਇੱਕ ਦੋ ਜੀਭ ਹੋ ਲੱਖ ਹੋਹੇ, ਲੱਖ ਹੋਵੇ ਲੱਖ 20। ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਨਾਲ ਜਦੋਂ ਸਿਹਾਰੀ ਹੋਵੇ, ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ ਤੇ ਉਸ ਦਾ ਉਚਾਰਨ ਬਿੰਦੀ ਮੁਤਾਬਕ ਕੀਤਾ ਜਾਏਗਾ। ਇੱਕ ਦੋ ਦਾ ਮਤਲਬ, ਦੂ ਦਾ ਮਤਲਬ ਤੋਂ, ਜੀਭੋਂ ਇੱਥੇ ਪੜਨਾ ਹੈ ਜੀਭੋਂ, ਜੀਭ ਤੋਂ, ਇੱਕ ਦੂ ਜੀਭੋਂ, ਇੱਕ ਜੀਭ ਤੋਂ। ਮੇਰੀ ਇੱਕ ਜੀਭ ਹੈ ਨਾ, ਇੱਕ ਜੀਭ ਤੋਂ ਲੱਖ ਹੋਵੇ। ਗੁਰੂ ਜੀ ਕਹਿੰਦੇ ਨੇ ਮੇਰੀਆਂ ਲੱਖ ਜੀਭਾਂ ਹੋ ਜਾਣ। ਲੱਖ ਹੋਵੇ ਲੱਖ 20, 20 ਦਾ ਮਤਲਬ 20, ਤੇ ਲੱਖ ਤੋਂ 20 ਲੱਖ ਜੀਭਾਂ ਹੋ ਜਾਣ। ਇੱਕ ਜੀਭ ਤੋਂ ਲੱਖ ਹੋ ਜਾਣ ਤੇ ਲੱਖ ਤੋਂ 20 ਲੱਖ ਹੋ ਜਾਣ। ਲੱਖ ਲੱਖ ਗੇੜਾ ਆਖੀਐ, ਗੇੜਾ ਦਾ ਮਤਲਬ ਵਾਰੀ, ਆਖੀਆਂ ਦਾ ਮਤਲਬ ਜੇ ਆਖਿਆ ਜਾਏ। ਤੇ ਉਹਨਾਂ 20 ਲੱਖ ਜੀਭਾਂ ਦੇ ਨਾਲ ਲੱਖਾਂ ਲੱਖਾਂ ਵਾਰ ਜੇ ਰੱਬ ਦਾ ਨਾਮ ਲਿਆ ਜਾਏ, ਲੱਖ ਲੱਖ ਗੇੜਾ ਆਖੀਐ, ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕੀਤਾ ਜਾਏ। ਏਕ ਨਾਮ ਜਗਦੀਸ਼, ਇੱਕ ਜਗਤ ਦੇ ਈਸ਼ ਪ੍ਰਭੂ ਦਾ ਨਾਮ ਜੇ ਜ਼ਬਾਨ ਨਾਲ ਲਿਆ ਜਾਏ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਕੋਈ ਕਹੇ ਕਿ ਮੈਂ ਐਵੇਂ ਰੱਬ ਨੂੰ ਪਾ ਲਵਾਂਗਾ ਤਾਂ ਐਵੇਂ ਰੱਬ ਨਹੀਂ ਮਿਲਣਾ। ਇਹ ਕੀ ਹੈ? ਕੂੜੇ ਕੂੜੀ ਠੀਸ, ਥੱਲੇ ਚੱਲ ਕੇ ਪੜ੍ਹਦੇ ਆ। ਠੀਸ ਦਾ ਮਤਲਬ ਗੱਪ, ਕੂੜੀ ਦਾ ਮਤਲਬ ਝੂਠੀ, ਕੂੜੇ ਦਾ ਮਤਲਬ ਝੂਠੇ ਦੀ। ਇਹ ਝੂਠੇ ਬੰਦੇ ਦੀ ਝੂਠੀ ਗੱਪ ਹੈ, ਐਵੇਂ ਨਹੀਂ ਮਿਲਣਾ। ਕਿ ਜੇ ਕੋਈ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕਰੀ ਜਾਏ ਤੇ ਜੇ ਉਹ ਆਪਣੀ ਹਉਮੈ ਨੂੰ ਨਹੀਂ ਗਵਾਉਂਦਾ ਗਿਣਤੀ ਮਿੰਤੀ ਦੇ ਪਾਠਾਂ ਵਿੱਚ ਕਿ ਮੈਂ ਇੰਨਾ ਜਪ ਲਿਆ ਇੰਨਾ ਕਰ ਲਿਆ, ਤਾਂ ਗੁਰੂ ਜੀ ਕਹਿੰਦੇ ਨੇ ਇਹ ਝੂਠੇ ਬੰਦੇ ਦੀ ਝੂਠੀ ਗੱਪ ਹੋਏਗੀ। ਇਹਦੇ ਨਾਲ ਰੱਬ ਦੀ ਪ੍ਰਾਪਤੀ ਦਾ ਕੋਈ ਸੰਬੰਧ ਨਹੀਂ ਹੈ। ਗੁਰੂ ਜੀ ਦਾ ਪਾਵਨ ਬਚਨ ਹੈ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਜ਼ਬਾਨੀ ਜ਼ਬਾਨੀ ਕਹਿਣ ਦੇ ਨਾਲ ਰੱਬ ਨਹੀਂ ਪਾਇਆ। ਜ਼ਬਾਨੀ ਜ਼ਬਾਨੀ ਗੱਲਾਂ ਕਰੀ ਜਾਓ। ਧਰਮ ਦੀਆਂ ਗੱਲਾਂ ਕਿੰਨੀਆਂ ਹੁੰਦੀਆਂ ਨੇ, ਚੰਗਿਆਈਆਂ ਦੀਆਂ ਗੱਲਾਂ ਕਿੰਨੀਆਂ ਹੁੰਦੀਆਂ ਨੇ। ਜੇ ਅਸੀਂ ਆਪਣੀ ਕਲਾਸ ਦੀ ਹੀ ਗੱਲ ਕਰੀਏ, ਸਾਡੇ ਵਿੱਚੋਂ ਕੋਈ ਇੱਕ ਵੀ ਵੀਰ ਭੈਣ ਹੈ ਜੋ ਹੱਥ ਖੜਾ ਕਰਕੇ ਇਹ ਕਹਿਣਾ ਚਾਹੇ ਕਿ ਮੈਂ ਪਾਪੀ ਹਾਂ, ਮੈਂ ਅਪਰਾਧੀ ਹਾਂ? ਹਾਂ, ਅਸੀਂ ਵੈਸੇ ਕਹਿ ਦਿਆਂਗੇ ਨਹੀਂ ਜੀ ਮੈਂ ਤੇ ਜੀ ਸਿੱਧ ਜੀ ਪਾਪੀ ਹਾਂ, ਕਹਿ ਦਿਆਂਗੇ ਅਸੀਂ ਵਿਖਾਵੇ ਵਾਸਤੇ। ਤੇ ਫਿਰ ਜੇ ਉਹਨੂੰ ਕਿਹਾ ਜਾਏ ਵੀ ਜੇ ਤੂੰ ਪਾਪੀ ਹੈ ਤੇ ਫਿਰ ਸਿੱਧਾ ਪੁਲਿਸ ਕੋਲ ਜਾ, ਥਾਣੇ, ਉੱਥੇ ਜਾ ਕੇ ਆਪਣੇ ਸਾਰੇ ਪਾਪ ਦੱਸ ਕਿ ਮੈਂ ਇਹ ਪਾਪ ਕਰਮ ਕੀਤੇ ਨੇ, ਮੇਰੇ ਤੇ ਕੇਸ ਚਲਾਓ ਤੇ ਮੈਨੂੰ ਸਜ਼ਾ ਲਾਓ। ਐਵੇਂ ਕਰਨ ਲਈ ਕੋਈ ਤਿਆਰ ਨਹੀਂ। ਇਹ ਹੈ ਕੋਈ ਗੱਲਾਂ ਨਾਲ ਮੈਂ ਵੀ ਕਹਿ ਦਿਆਂਗਾ ਨਾ ਜੀ ਮੈਂ ਤੇ ਪਾਪੀ ਅਪਰਾਧੀ ਹਾਂ, ਮੈਂ ਤੁਹਾਡੇ ਚਰਨਾਂ ਦਾ ਸੇਵਕ ਹਾਂ। ਅਸੀਂ ਕਹਿੰਦੇ ਨਾ ਦਾਸ ਤੇ ਤੁਹਾਡੇ ਚਰਨਾਂ ਦਾ ਸੇਵਕ ਹੈ, ਮੈਂ ਤੇ ਜੀ ਤੁਹਾਡੇ ਚਰਨਾਂ ਦੀ ਧੂੜ ਹਾਂ। ਅਸੀਂ ਕਹਿੰਦੇ ਆ ਨਾ ਇੱਕ ਦੂਜੇ ਨੂੰ। ਜਿਹੜਾ ਬੰਦਾ ਤੁਹਾਨੂੰ ਕਹੇ ਨਾ ਕਿ ਮੈਂ ਤੁਹਾਡੇ ਚਰਨਾਂ ਦੀ ਧੂੜ ਹਾਂ ਤੇ ਚਾਰ ਬੰਦਿਆਂ ਚ ਉਹਨੂੰ ਕਹਿ ਦਿਆ ਜੀ ਯਾਰ ਗੱਲ ਤੇ ਬਿਲਕੁਲ ਸੱਚੀ, ਤੂੰ ਹੈ ਹੀ ਮਿੱਟੀ, ਤੂੰ ਹੈ ਕੀ ਕੱਖ ਵੀ ਨਹੀਂ, ਮਿੱਟੀਆਂ ਹੀ ਹੈ, ਤੁਹਾਡੇ ਗੱਲ ਪੈ ਜਾਏਗਾ ਨਾਲ ਦੇ ਨਾਲ। ਅਗਲਾ ਇਸ ਕਰਕੇ ਕਹਿ ਰਿਹਾ ਹੁੰਦਾ ਕਿ ਮੈਂ ਤੁਹਾਡੇ ਚਰਨਾਂ ਦੀ ਧੂੜ ਹਾਂ, ਵੀ ਤੁਸੀਂ ਅੱਗੋਂ ਕਹੋ ਨਹੀਂ ਨਹੀਂ ਭਾਈ ਸਾਹਿਬ ਤੁਸੀਂ ਤੇ ਬੜੇ ਮਹਾਨ ਹੋ, ਤੇ ਤੁਹਾਡੀ ਨਿਮਰਤਾ ਹੈ, ਤੁਸੀਂ ਤੇ ਬੜੇ ਚੰਗੇ ਬੰਦੇ ਹੋ, ਇਹ ਕਹਿਣ ਵਾਸਤੇ ਅਗਲਾ ਕਹਿ ਰਿਹਾ।
ਵਿਖਾਵੇ ਦੀ ਨਿਮਰਤਾ, ਵਿਖਾਵੇ ਦੀ ਨਿਮਰਤਾ ਡੱਬੀ ਵਿੱਚ ਵੀ ਬੜੀ ਹੈ, ਤੀਲਾਂ ਵਾਲੀ ਡੱਬੀ ਨਿੱਕੀ ਜੀ ਹੈ, ਐਨੀ ਨਿੱਕੀਆਂ ਨਿੱਕੀਆਂ ਤੀਲਾਂ, ਕਿੰਨੀ ਸੋਹਣੀ ਲੱਗਦੀ ਹੈ ਡੱਬੀ, ਤੀਲਾਂ ਕਿੰਨੀਆਂ ਸੋਹਣੀਆਂ, ਖੜਕਾਓ ਆਵਾਜ਼ ਬੜੀ ਸੋਹਣੀ ਹੈ। ਤੇ ਡੱਬੀ ਵੀ ਕਵੇ ਕਿ ਮੈਂ ਤਾਂ ਨਿੱਕੀ ਜੀ ਹਾਂ, ਮੈਂ ਤਾਂ ਬੜੀ ਨਿਮਾਣੀ ਹਾਂ, ਲੇਕਿਨ ਅੰਦਰੋਂ ਇੱਕ ਤੀਲੀ ਕੱਢ ਕੇ ਰਗੜੋ ਥੋੜੀ, ਅੱਗ ਨਿਕਲੇਗੀ। ਔਰ ਮਾਚਿਸ ਦੀ ਇੱਕ ਤੀਲੀ ਦੇ ਅੰਦਰ ਇੰਨੀ ਅੱਗ ਹੈ, ਪੂਰੀ ਦੁਨੀਆ ਨੂੰ ਜਲਾ ਕੇ ਰਾਖ ਕਰਨ ਦੀ क्षमता ਰੱਖਦੀ। ਜਿਹੜੇ ਕਹਿੰਦੇ ਨੇ ਨਾ ਮੈਂ ਬੜਾ ਨਿਮਾਣਾ ਵਾਂ, ਮੈਂ ਜਿਹੜਾ ਚੰਗਾ, ਉਹਨਾਂ ਨੂੰ ਥੋੜਾ ਜਿਹਾ ਰਗੜ ਕੇ ਦੇਖੋ, ਜਿੰਨੇ ਆ ਤੁਹਾਡੇ ਬਾਬੇ ਨੇ, ਇਹਨਾਂ ਨੂੰ ਰਗੜ ਕੇ ਦੇਖੋ ਥੋੜਾ ਜਿਹਾ, ਅੰਦਰੋਂ ਅੱਗ ਨਿਕਲੇਗੀ, ਚੰਗਿਆੜੀ ਨਿਕਲੇਗੀ। ਤਾਂ ਗੁਰੂ ਜੀ ਕਹਿੰਦੇ ਨੇ ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼, ਮੈਂ ਬੇਨਤੀ ਕਰ ਰਿਹਾ ਸਾਂ। ਅਸੀਂ ਸਾਰੇ ਕਹਿੰਦੇ ਆ ਨਾ, ਸਾਰੇ ਹੀ ਵੀਰ ਭੈਣਾਂ ਜਦੋਂ ਅਸੀਂ ਇਕੱਠੇ ਹੁੰਦੇ ਹਾਂ, ਮੈਂ ਵੀ, ਤੁਸੀਂ ਵੀ, ਹੋਰ ਲੋਕ ਵੀ, ਕਿ ਭਾਜੀ ਆਪਣਾ ਤੇ ਸੁਭਾਅ ਠੀਕ ਹੈ, ਅਸੀਂ ਤੇ ਸੱਚੇ ਬੰਦੇ ਹਾਂ, ਸੱਚੀ ਗੱਲ ਕਰੀਦੀ ਹੈ, ਕਦੀ ਝੂਠ ਨਹੀਂ ਬੋਲਿਆ, ਕਦੇ ਸੱਚ ਕਹਿਣ ਤੋਂ ਡਰੇ ਨਹੀਂ, ਅਗਲੇ ਦੇ ਗੋਡੇ ਲਿੱਗੇ, ਗਿੱਟੇ ਲੱਗੇ, ਗੁੱਸੇ ਹੋਵੇ ਨਾ ਹੋਵੇ, ਅਸੀਂ ਤਾਂ ਹਮੇਸ਼ਾ ਸੱਚ ਕਹਿੰਦੇ ਹਾਂ। ਅਸੀਂ ਤੇ ਹਮੇਸ਼ਾ ਭਲਾ ਹੀ ਕੀਤਾ ਹੈ। ਜੇ ਸਾਡੇ ਕਈ ਰਿਸ਼ਤੇਦਾਰਾਂ ਨੂੰ ਅਸੀਂ ਸਪਾਂਸਰਾਂ ਦੇ ਕੇ ਇੱਥੇ ਮੰਗਾਇਆ ਹੈ, ਅਸੀਂ ਤੇ ਭਲਾ ਹੀ ਕੀਤਾ ਹੈ, ਅਸੀਂ ਤੇ ਬੁਰਾ ਕਦੇ ਕਿਸੇ ਦਾ ਕੀਤਾ ਨਹੀਂ। ਅਸੀਂ ਸਾਰੇ ਐਵੇਂ ਕਹਿੰਦੇ ਆ ਨਾ, ਸਾਰੇ ਕਹਿੰਦੇ ਨੇ, ਹਿੰਦੂ ਮੁਸਲਮਾਨ ਵੀ ਐਵੇਂ ਕਹਿੰਦੇ ਨੇ, ਸਿੱਖ ਵੀ ਈਸਾਈ ਵੀ। ਤੇ ਬੰਦਾ ਪੁੱਛੇ ਕਿ ਜੇ ਅਸੀਂ ਸਾਰੇ ਦੁਨੀਆ ਦੇ ਲੋਕ ਚੰਗੇ ਆ, ਤੇ ਗੁਰਦੁਆਰੇ ਸਾਹਿਬ ਤੋਂ ਜੁੱਤੀਆਂ ਰਾਤ ਨੂੰ ਰੱਬ ਚੁੱਕਦਾ, ਦਿਨੇ ਚੁੱਕੀਆਂ ਜਾਂਦੀਆਂ, ਮੰਦਿਰਾਂ ਚੋਂ ਜੁੱਤੀਆਂ ਰੱਬ ਚੁੱਕਦਾ, ਮਸੀਤਾਂ ਚੋਂ ਸ਼ਰਾਬ ਦੇ ਠੇਕੇ ਰੱਬ ਨੇ ਖੋਲੇ ਨੇ, ਡੁਪਲੀਕੇਟ ਦਵਾਈਆਂ ਰੱਬ ਵੇਚਦਾ ਹੈ, ਸਿੰਥੈਟਿਕ ਪਨੀਰ ਰੱਬ ਬਣਾ ਰਿਹਾ ਹੈ, ਜਬਰ ਜਨਾਹ ਰੱਬ ਕਰਦਾ ਫਿਰਦਾ, ਕਿਉਂਕਿ ਅਸੀਂ ਤੇ ਸਾਰੇ ਚੰਗੇ ਆ। ਤਾਂ ਗੱਲਾਂ ਨਾਲ, ਜ਼ਬਾਨ ਨਾਲ ਕਹਿਣ ਨਾਲ ਕੁਝ ਨਹੀਂ ਹੁੰਦਾ, ਜਦੋਂ ਤੱਕ ਅੰਦਰ ਦੀ ਤਬਦੀਲੀ ਨਹੀਂ। ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼, ਲੱਖਾਂ ਲੱਖਾਂ ਵਾਰ ਵੀ ਇੱਕ ਨਾਮ ਨੂੰ ਜੇਕਰ ਬਾਰ-ਬਾਰ ਕਿਹਾ ਜਾਏ, ਤਾਂ ਗੁਰੂ ਜੀ ਕਹਿੰਦੇ ਨੇ ਐਵੇਂ ਮਿਲਾਪ ਨਹੀਂ ਹੁੰਦਾ। ਇਹ ਕੀ ਹੈ? ਇਹ ਕੂੜੇ ਕੂੜੀ ਠੀਸ ਹੈ, ਇਹ ਤਰਾਹ ਪਤ ਪਵੜੀਆਂ, ਇਹਨੂੰ ਪਵੜੀਆਂ ਨਹੀਂ ਪੜਨਾ, ਪਵੜੀਆਂ। ਇਹ ਤਰਾਹ ਰਾਹ ਦੇ ਹਾਹੇ ਨਾਲ ਸਿਹਾਰੀ ਹੈ, ਇਹਨੂੰ ਰਾਹੇ ਨਹੀਂ ਪੜਨਾ, ਇਹਨੂੰ ਪੜਨਾ ਹੈ ਰਾਹ। ਹਾਹੇ ਨਾਲ ਸਿਹਾਰੀ ਲੱਗਣ ਕਰਕੇ ਇਸ ਦਾ ਅਰਥ ਹੋ ਗਿਆ ਹੈ ਰਾਹ ਵਿੱਚ। ਪਤ ਪੌੜੀਆਂ ਦਾ ਮਤਲਬ ਪਤੀ ਦੀਆਂ ਪੌੜੀਆਂ ਨੇ, ਜਿੱਥੋਂ ਚੜ੍ਹ ਕੇ ਰੱਬ ਤੱਕ ਪਹੁੰਚਣਾ ਹੈ। ਰੱਬੀ ਰਾਸਤਾ ਹੈ ਨਾ, ਜੀਵਨ ਦੀ ਜੁਗਤ ਹੈ। ਚੜ੍ਹੀਏ ਇੱਥੇ ਰੁਕ ਜਾਣਾ ਹੈ। ਹੋਏ 21, 21 ਦਾ ਮਤਲਬ ਇੱਕਮਿਕ। ਇਸ ਰਾਹ ਦੇ ਅੰਦਰ ਰੱਬ ਦੀਆਂ ਮਿਲਾਪ ਦੀਆਂ ਪੌੜੀਆਂ ਨੇ, ਉਹਨਾਂ ਪੌੜੀਆਂ ਤੇ ਤਾਂ ਚੜਿਆ ਜਾ ਸਕਦਾ ਹੈ। ਹੋਏ 21 ਜੇ ਬੰਦਾ ਇੱਕਮਿਕ ਹੋ ਜਾਏ। ਇੱਕਮਿਕ ਹੋਣ ਦਾ ਮਤਲਬ ਆਪਣੀ ਹਉਮੈ ਨੂੰ ਗਵਾ ਦੇਵੇ, ਆਪਣੀ ਸੋਚ ਨੂੰ ਛੱਡ ਕੇ ਰੱਬੀ ਸੋਚ ਨੂੰ ਅਪਣਾ ਲਵੇ, ਆਪਣੀ ਮੱਤ ਨੂੰ ਛੱਡ ਕੇ ਰੱਬੀ ਮੱਤ ਨੂੰ ਅਪਣਾ ਲਵੇ, ਤਾਂ ਚੜਿਆ ਜਾ ਸਕਦਾ ਹੈ, ਤਾਂ ਮਿਲਿਆ ਜਾ ਸਕਦਾ ਹੈ। ਹੁਣ ਕਬੀਰ ਜੀ ਕਹਿੰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਤੇਰੇ ਗੁਣ ਗਾਉਂਦਿਆਂ ਗਾਉਂਦਿਆਂ ਮੈਂ ਤੇਰਾ ਰੂਪ ਹੋ ਗਿਆ। ਮੁਝ ਮੈਂ ਰਹਾ ਨਾ ਹੂੰ, ਮੇਰੇ ਵਿੱਚ ਮੈਂ ਨਹੀਂ ਰਹੀ, ਤਾਂ ਮੈਂ ਤੇਰਾ ਰੂਪ ਹੋਇਆ। ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਜਦੋਂ ਆਪਣੇ ਪਰਾਏ ਦੇ ਭੇਦ ਭਾਵ ਮਿਟੇ ਨਾ, ਉਦੋਂ ਮੈਂ ਜਿੱਧਰ ਵੇਖਣਾ ਉਧਰ ਤੇਰਾ ਰੂਪ ਨਜ਼ਰੀ ਪੈਂਦਾ ਹੈ। ਹੁਣ ਆਪਣੇ ਪਰਾਏ ਦੇ ਵਿਤਕਰੇ ਵੀ ਬਣੇ ਹੋਣ ਤੇ ਰੱਬ ਰੱਬ ਵੀ ਕਰੀ ਜਾਓ ਤੇ ਕੀ ਹੋਏਗਾ? ਕੁਛ ਨਹੀਂ, ਕਰੀ ਜਾਓ। ਕਿਤਨੇ ਇਸ ਦੁਨੀਆ ਵਿੱਚ ਧਰਮ ਸਥਾਨ ਨੇ, ਮੰਦਿਰ ਨੇ, ਮਸੀਤਾਂ ਨੇ, ਗੁਰਦੁਆਰੇ ਸਾਹਿਬਾਨ ਨੇ, ਚਰਚ ਨੇ, ਡੇਰੇ ਨੇ, ਕਿੰਨਾ ਕਿੰਨਾ ਹੈ। ਲੇਕਿਨ ਧਰਮ, ਇਨਸਾਨੀਅਤ ਬਹੁ ਗਿਣਤੀ ਵਿੱਚ ਨਹੀਂ ਹੈ ਨਾ। ਮੇਰਾ ਮਤਲਬ ਇਹ ਨਹੀਂ ਕਿ ਧਰਮ ਸਥਾਨ ਵਿਅਰਥ ਨੇ। ਮੇਰਾ ਮਤਲਬ ਇਹ ਹੈ ਕਿ ਧਰਮ ਦੇ ਅਸਥਾਨਾਂ ਵਿੱਚ ਜਾਣ ਵਾਲੇ ਲੋਕਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਜਾਂ ਸੱਚ ਨੂੰ ਫੋਲੋ ਨਹੀਂ ਕੀਤਾ। ਜੇ ਫੋਲੋ ਕੀਤਾ ਹੁੰਦਾ ਤਾਂ ਜ਼ਿੰਦਗੀ ਹੋਰ ਹੋਣੀ ਸੀ। ਸ਼ੀਸ਼ ਨਿਵਾਇਆ ਕਿਆ ਥੀ ਹੈ, ਜਾਂ ਹਿਰਦੇ ਕਸੁੱਦੇ ਜਾਏ। ਹੁਣ ਕਈ ਵਾਰ ਸਾਨੂੰ ਕਿਹਾ ਜਾਂਦਾ ਹੈ ਕਿ ਨਹੀਂ ਜੀ, ਰਟਨ ਦਾ ਵੀ ਬਹੁਤ ਫਾਇਦਾ ਹੈ। ਮੈਂ ਇਸ ਚੀਜ਼ ਦੇ ਵਿਰੋਧ ਵਿੱਚ ਨਹੀਂ ਹਾਂ, ਬਿਲਕੁਲ ਵੀ, ਪਰ ਇਹ ਚੀਜ਼ ਸਮਝਣਾ। ਕਈ ਮਿਸਾਲਾਂ ਦਿੰਦੇ ਨੇ ਕਿ ਦੇਖੋ ਜੀ, ਇੱਕ ਕਾਰ ਦਾ ਚੱਕਾ ਇੱਕੋ ਜਗ੍ਹਾ ਤੇ ਬਾਰ-ਬਾਰ ਰਿਪੀਟ ਕਰੀ ਜਾਂਦਾ ਹੈ ਚੱਕਰ, ਤੇ ਉਹ ਕਿੰਨੀ ਦੂਰ ਪਹੁੰਚਾ ਦਿੰਦਾ ਹੈ। ਹੁਣ ਕਾਰ ਦਾ ਜਿਹੜਾ ਚੱਕਾ ਹੈ ਉਹ ਇੱਕੋ ਜਗ੍ਹਾ ਤੇ ਰਿਪੀਟ ਨਹੀਂ ਕਰ ਰਿਹਾ, ਘੁੰਮ ਰਿਹਾ। ਉਹ ਜਦੋਂ ਚੱਕਰ ਪੂਰਾ ਹੋ ਜਾਂਦਾ ਹੈ ਤੇ ਦੂਜੀ ਜਗ੍ਹਾ ਤੇ ਇਹ ਚੱਕਰ ਕੱਟਦਿਆਂ ਨਵੀਂ ਧਰਤੀ ਤੇ ਚੱਲ ਰਿਹਾ ਹੈ, ਤਾਂ ਅੱਗੇ ਵਧ ਰਿਹਾ ਹੈ। ਜੇ ਕਾਰ ਦੇ ਚੱਕੇ ਥੱਲੇ ਜੈਕ ਲਗਾ ਦਿਓ
ਤੇ ਘੁਮਾਈ ਜਾਓ ਇੱਕ ਜਗ੍ਹਾ ਤੇ ਪਹੁੰਚੇਗਾ ਕਿਤੇ। ਸਵਾਲ ਹੀ ਨਾ ਪੈਦਾ ਹੁੰਦਾ। ਅਸੀਂ ਕਹਿੰਦੇ ਹਾਂ ਸਾਡਾ ਦਿਲ ਇੱਕੋ ਹਰਕਤ ਕਰੀ ਜਾ ਰਿਹਾ ਹੈ ਬਾਰ-ਬਾਰ ਤੇ ਸਾਡੀ ਜ਼ਿੰਦਗੀ, ਦੇਖੋ ਦਿਲ ਧੜਕ ਰਿਹਾ ਹੈ ਪਰ ਉਹ ਬਾਰ-ਬਾਰ ਉਸੇ ਖੂਨ ਨੂੰ ਨਹੀਂ ਅੰਦਰ ਕਰ ਰਿਹਾ। ਇੱਕ ਵਾਰੀ ਜੋ ਖੂਨ ਪੰਪ ਕੀਤਾ ਹੈ ਪਿੱਛੋਂ ਨਵਾਂ ਖੂਨ ਆ ਰਿਹਾ ਹੈ। ਸਾਡੇ ਖੂਨ ਦੇ ਅੰਦਰ ਹਰ ਪਲ ਹਜ਼ਾਰਾਂ ਸੈੱਲ ਪੈਦਾ ਹੋ ਰਹੇ ਨੇ, ਹਜ਼ਾਰਾਂ ਮਰ ਰਹੇ ਨੇ, ਨਵਾਂ ਖੂਨ ਆ ਰਿਹਾ ਹੈ। ਕਿਡਨੀ ਬਾਰ-ਬਾਰ ਉਸੇ ਚੀਜ਼ ਨੂੰ ਨਹੀਂ ਸਾਫ਼ ਕਰੀ ਜਾ ਰਹੀ, ਜੋ ਗੰਦਗੀ ਬਾਹਰ ਕੱਢ ਦਿੰਦੀ ਹੈ, ਦੂਜੀ ਚੀਜ਼ ਉਹਦੇ ਵਿੱਚ ਆ ਰਹੀ ਹੈ। ਅਸੀਂ ਕਹਿੰਦੇ ਹਾਂ ਬਾਰ-ਬਾਰ ਸਵਾਸ ਲੈ ਰਹੇ ਹਾਂ, ਸਵਾਸ ਉਹ ਨਹੀਂ ਲੈ ਰਹੇ। ਹਰ ਵਾਰ ਨਵਾਂ ਸਵਾਸ ਲੈ ਰਹੇ ਹਾਂ, ਜੋ ਆਕਸੀਜਨ ਮੇਰੇ ਅੰਦਰ ਗਈ ਤੇ ਜਦੋਂ ਬਾਹਰ ਆਈ ਤੇ ਕਾਰਬਨ ਡਾਈਆਕਸਾਈਡ ਆਈ, ਜਦੋਂ ਦੁਬਾਰਾ ਸਵਾਸ ਲਿਆ ਨਵੀਂ ਆਕਸੀਜਨ ਲਈ ਹੈ। ਇਸੇ ਤਰ੍ਹਾਂ ਜਿਵੇਂ ਅਸੀਂ ਕਹਿੰਦੇ ਹਾਂ ਕਿ ਮੈਥ ਦੇ ਕੁਝ ਅੱਖਰ ਨੇ, ਉਹਨਾਂ ਨੂੰ ਬਾਰ-ਬਾਰ ਰਿਪੀਟ ਕਰਕੇ ਤੇ ਕਿੱਡੀ ਵੱਡੀ ਗਿਣਤੀ ਬਣਦੀ ਹੈ। ਦੇਖੋ ਬਾਰ-ਬਾਰ ਰਿਪੀਟ ਕਰਦੇ ਹਾਂ, ਅਸੀਂ ਲਿਖਿਆ 111 ਤਾਂ 111 ਦੇ ਇੱਕ ਦੇ ਉੱਤੇ ਹੀ ਇੱਕ ਇੱਕ ਲਿਖੀ ਜਾਓ ਪੈਨ ਦੇ ਨਾਲ ਉੱਤੇ, ਬਾਰ-ਬਾਰ ਓਵਰ ਰਾਈਟਿੰਗ ਕਰੀ ਜਾਓ, ਕੁਝ ਬਣੇਗਾ ਨਹੀਂ ਨਾ। ਤਾਂ ਜਦੋਂ ਅਸੀਂ 111 ਅਲੱਗ-ਅਲੱਗ ਲਿਖਦੇ ਹਾਂ, ਉਸ ਇੱਕ ਦੀ ਪੋਜੀਸ਼ਨ ਬਦਲ ਰਹੀ ਹੈ, ਇਕਾਈ, ਦਹਾਈ, ਸੈਂਕੜਾ, ਹਜ਼ਾਰ, ਉਹਦੀ ਪੋਜੀਸ਼ਨ, ਉਹਦੀ ਜਗ੍ਹਾ ਬਦਲ ਰਹੀ ਹੈ। ਤਾਂ ਕਰਕੇ ਤਾਂ ਇਸ ਤਰ੍ਹਾਂ ਜ਼ਰੂਰਤ ਸਾਨੂੰ ਇਹ ਹੈ ਕਿ ਜਿਵੇਂ ਅਸੀਂ ਕਹਿੰਦੇ ਹਾਂ ਵੀ ਧਰਤੀ ਘੁੰਮ ਰਹੀ ਹੈ ਸੂਰਜ ਵਿੱਚ, ਫਿਰ ਇਹ ਤਾਂ ਨਵੀਂ ਘੁੰਮ ਰਹੀ ਹੈ। ਕਹਿਣ ਤੋਂ ਮੁਤਾਬਕ ਇਹ ਸਾਨੂੰ ਜ਼ਰੂਰਤ ਹੈ ਆਪਣੇ ਅੰਦਰ ਤਬਦੀਲੀ ਕਰਨ ਦੀ। ਅਗਲਾ ਬਚਨ ਕਰਦੇ ਨੇ, ਏ ਤਰਾਹ ਪਤ ਪਵੜੀਆਂ ਚੜੀਏ, ਇਹਨੂੰ ਇਸ ਤਰ੍ਹਾਂ ਪੜ੍ਹਨਾ ਹੈ, ਏ ਤਰਾਹ ਪਤ ਪਵੜੀਆਂ ਚੜੀਏ ਹੋਏ 21, ਕਿ ਇੱਕਮਿਕ ਹੋਣ ਦੇ ਨਾਲ ਉੱਤੇ ਚੜਿਆ ਜਾਣਾ ਹੈ। ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਤਾਂ ਹੋਵਾਂਗੇ ਜੇ ਅਸੀਂ ਆਪਣੇ ਆਪੇ ਨੂੰ ਤਿਆਗਾਂਗੇ। ਗੜਾ ਤਾਂ ਪਾਣੀ ਬਣੇਗਾ ਜੇ ਉਹ ਆਪਣੀ ਹਉਮੈ ਨੂੰ ਗਲਾਏਗਾ। ਤੇ ਜੇ ਉਹ ਕਹੇ ਫ੍ਰਿਜ ਦੇ ਵਿੱਚ ਬੈਠਾ ਮੈਂ ਕੋਈ ਕਰੀ ਜਾਵਾਂ ਕਰਮ, ਤੇ ਗੜਾ ਨਹੀਂ ਬਣੇ। ਇਸ ਲਈ ਇੱਥੇ ਕਿਸੇ ਚੀਜ਼ ਦਾ ਵਿਰੋਧ ਨਹੀਂ ਹੈ, ਚੀਜ਼ ਸਮਝਣ ਵਾਲੀ ਹੈ ਕਿ ਅਸੀਂ ਆਪਣੇ ਆਪੇ ਨੂੰ ਬਦਲਣਾ ਹੈ, ਆਪਣੀ ਹਉਮੈ ਨੂੰ ਗਵਾਉਣਾ ਹੈ, ਆਪਣੀ ਮੱਤ ਨੂੰ ਛੱਡਣਾ ਹੈ, ਵੇ ਆਫ ਲਾਈਫ ਨੂੰ ਬਦਲਣਾ ਹੈ, ਸੁਰਤ ਨੂੰ ਚੇਂਜ ਕਰਨਾ ਹੈ, ਆਪਣੇ ਬੋਲ ਬਾਣੀ ਨੂੰ ਬਦਲਣਾ ਹੈ, ਆਪਣੇ ਵਿਹਾਰ ਨੂੰ ਬਦਲਣਾ ਹੈ, ਮਨ ਬਚਨ ਕਰਮ ਕਰਕੇ ਸੱਚੇ ਹੋਣਾ ਹੈ। ਗੁਰੂ ਜੀ ਕਹਿੰਦੇ ਨੇ ਜੇਕਰ ਇਸ ਚੀਜ਼ ਨੂੰ ਨਾ ਅਪਣਾਇਆ ਜਾਏ, ਜੇ ਬੰਦਾ ਇੱਕਮਿਕ ਨਾ ਹੋਏ, ਆਪਣੀ ਸੋਚ ਔਗਣਾ ਵਾਲੀ ਛੱਡ ਕੇ ਗੁਣਾ ਵਾਲੀ ਧਾਰਨ ਨਾ ਕਰੇ, ਤੇ ਫਿਰ ਕੀ ਇਹ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਇੱਥੇ ਕੀਟਾਂ ਨਹੀਂ ਪੜਨਾ, ਕੀਟਾਂ ਸ਼ਬਦ ਹੈ ਕੀਟ, ਕੰਨਾਂ ਲਗਾ ਕੇ ਬਹੁਵਚਨ ਨਹੀਂ ਬਣਾਇਆ ਹੈ, ਉਚਾਰਨ ਹੋਏਗਾ ਕੀਟਾਂ। ਕਿ ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਦੀਆਂ ਗੱਲਾਂ ਸੁਣ ਕੇ ਤੇ ਧਰਤੀ ਦੇ ਉੱਤੇ ਰੇਂਗ ਕੇ ਤੁਰਨ ਵਾਲਾ ਕੀੜਾ ਕੋਈ ਸੁੰਡੀ, ਉਹਦੇ ਮਨ ਵਿੱਚ ਵੀ ਰੀਸ ਆਵੇ ਕਿ ਮੈਂ ਵੀ ਆਕਾਸ਼ ਵਿੱਚ ਉੱਡਾਂ, ਤਾਂ ਕਿ ਉਹ ਉੱਡ ਸਕਦੀ ਹੈ? ਨਹੀਂ ਨਾ। ਇਹ ਤੇ ਫਿਰ ਐਵੇਂ ਹੀ ਹੋਵੇਗੀ ਕਿ ਜਿਹੜੇ ਉੱਚਾ ਜੀਵਨ ਜੀਣ ਵਾਲੇ ਲੋਕ ਨੇ, ਜਿਨ੍ਹਾਂ ਨੇ ਆਪਣੇ ਆਪੇ ਨੂੰ ਮਿਟਾਇਆ ਹੈ, ਉਹਨਾਂ ਦੀਆਂ ਗੱਲਾਂ ਸੁਣ ਕੇ ਤੇ ਬੰਦਾ ਕਵੇ ਕਿ ਮੈਂ ਰਾਮ ਰਾਮ ਅੱਲਾ ਵਾਹਿਗੁਰੂ ਵਾਹਿਗੁਰੂ ਕਰੀ ਜਾਵਾਂ ਇੱਕ ਥਾਂ ਤੇ, ਜਾਂ ਮੈਂ ਵਰਤ ਰੱਖੀ ਜਾਵਾਂ, ਨਰਾਤੇ ਰੱਖੀ ਜਾਵਾਂ, ਜਾਂ ਗੱਲਾਂ ਕਰੀ ਜਾਵਾਂ, ਤੇ ਮੈਂ ਉਹ ਜੀਵਨ ਪ੍ਰਾਪਤ ਕਰ ਲਵਾਂ। ਭਾਈ ਮਤੀ ਦਾਸ ਦੀਆਂ ਗੱਲਾਂ ਸੁਣ ਕੇ, ਉਹਦੀ ਮਹਾਨਤਾ ਸੁਣ ਕੇ ਤੇ ਮੇਰੇ ਮਨ ਵਿੱਚ ਰੀਸ ਆਏ ਕਿ ਮੈਨੂੰ ਵੀ ਉਹ ਆਦਰ ਮਾਣ ਮਿਲੇ, ਤਾਂ ਉਹ ਤੇ ਭਾਈ ਆਰੇ ਨਾਲ ਚਿਰਿਆ ਹੀ ਮਿਲੇਗਾ। ਸੱਚ ਵਾਸਤੇ ਏਡੀ ਵੱਡੀ ਕੁਰਬਾਨੀ ਕਰੇਗਾ ਤਾਂ ਉਹ ਆਦਰ ਮਿਲੇਗਾ ਨਾ। ਕਿਸੇ ਦੇ ਮਰੇ ਬੰਦੇ ਦੇ ਖੂਨ ਦੇ ਅੰਦਰ ਉਂਗਲੀ ਭਿਉਂ ਕੇ ਤੇ ਕੋਈ ਕਵੇ ਮੈਨੂੰ ਸ਼ਹੀਦ ਆਖੋ ਕਿਉਂਕਿ ਮੇਰੀ ਉਂਗਲੀ ਨੂੰ ਖੂਨ ਲੱਗਾ ਹੋਇਆ ਹੈ, ਤਾਂ ਕਿਸੇ ਦੇ ਖੂਨ ਵਿੱਚ ਉਂਗਲੀ ਭਿਉਂ ਕੇ ਸ਼ਹੀਦਾਂ ਵਿੱਚ ਨਾਮ ਨਹੀਂ ਆਉਂਦਾ। ਸ਼ਹੀਦਾਂ ਵਿੱਚ ਨਾਮ ਲਿਆਉਣ ਵਾਸਤੇ ਆਪਣਾ ਆਪਾ ਕੁਰਬਾਨ ਕਰਨਾ। ਤਾਂ ਇਸ ਕਰਕੇ ਰੀਸ ਜਿਹੜੀ ਹੈ ਨਾ, ਕਿ ਬਿਨਾਂ ਗੁਣਾ ਤੋਂ ਕਿਸੇ ਦੀ ਰੀਸ ਕਰਨੀ, ਤੇ ਉਹਦੇ ਨਾਲ ਸਾਨੂੰ ਕੁਝ ਮਿਲਣ ਵਾਲਾ ਨਹੀਂ ਹੈ। ਇਹ ਰੀਸ ਤੇ ਐਵੇਂ ਹੈ ਜਿਵੇਂ ਕੋਈ ਪੁਲਿਸ ਦੇ ਅੰਦਰ ਬੰਦਾ ਭਰਤੀ ਹੈ, ਉਹਨੇ ਟ੍ਰੇਨਿੰਗ ਲਈ ਹੈ, ਉਹ ਵਰਦੀ ਪਾ ਕੇ ਤੇ ਆਪਣੀ ਸੇਵਾ ਦੇ ਵਿੱਚ ਲੱਗਾ ਹੈ, ਲੋਕ ਸੇਵਾ ਵਿੱਚ ਜੋ ਉਹਦੀ ਡਿਊਟੀ ਹੈ ਉਹਨੂੰ ਭੁਗਤਾ ਰਿਹਾ। ਤੇ ਜੇ ਕੋਈ ਬੰਦਾ ਪੁਲਿਸ ਵਿੱਚ ਭਰਤੀ ਨਾ ਹੋਇਆ ਹੋਏ
ट्रेनिंग उसने नहीं ਲਈ, ਉਹਦੇ ਕੋਲ ਸਰਟੀਫਿਕੇਟ ਆਦਿਕ ਨਹੀਂ ਹੈ, ਭਰਤੀ ਉਹ ਨਹੀਂ ਹੋਇਆ, ਤੇ ਜੇ ਕੋਈ ਪੁਲਿਸ ਦੀ ਵਰਦੀ ਪਾ ਲਵੇ ਤੇ ਵਰਦੀ ਪਾ ਕੇ ਲੋਕਾਂ ਦੇ ਘਰ ਆਖੇ ਮੈਂ ਤੁਹਾਡਾ ਚਲਾਨ ਕੱਟਣਾ, ਤੇ ਫਿਰ ਕੀ ਹੋਏਗਾ? ਮੇਰੀ ਵਰਦੀ ਨਾਲ ਫਿਰ 2 ਨੰਬਰ ਦੇ ਵਿੱਚ ਉਹਦੇ ਤੇ 420 ਦਾ ਕੇਸ ਹੀ ਚੱਲੇਗਾ ਨਾ, ਜੇਲ੍ਹ ਵਿੱਚ ਹੀ ਜਾਏਗਾ ਨਾ। ਹਾਲਾਂਕਿ ਵਰਦੀ ਤੇ ਪਾਈ ਉਹਨੇ, ਹੋ ਸਕਦਾ ਹੈ ਸਿਪਾਹੀ ਨਾਲ ਉਹਨੇ ਹੌਲਦਾਰ ਵਾਲੇ ਸਟਾਰ ਲਾਏ ਹੋਣ, ਥਾਣੇਦਾਰ ਵਾਲੇ ਲਾਏ ਹੋਣ, ਪਰ ਥਾਣੇਦਾਰ ਜਿਹੜਾ ਬਣਿਆ ਹੈ ਉਹਨੇ ਉਸ ਪ੍ਰੋਸੈਸ ਦੇ ਵਿੱਚੋਂ ਲੰਘ ਕੇ ਗਿਆ ਹੈ ਨਾ, ਤਾਂ ਨਿਰੇ ਕੱਪੜੇ ਪਾ ਕੇ ਥੋੜੀ ਕੋਈ ਪੁਲਿਸ ਵਾਲਾ ਬਣ ਸਕਦਾ। ਇਸੇ ਤਰ੍ਹਾਂ ਧਾਰਮਿਕ ਬੰਦਾ ਕੋਈ ਨਿਰੇ ਕੱਪੜੇ ਪਹਿਨਾਵੇ ਪਾ ਕੇ ਥੋੜਾ ਬਣ ਸਕਦਾ, ਨਿਰੀਆਂ ਸਮਾਧੀਆਂ ਲਾ ਕੇ ਥੋੜਾ ਬਣ ਜਾਏਗਾ। ਸਮਾਧੀਆਂ ਵਾਲੇ ਤਾਂ ਗੁਰੂ ਨਾਨਕ ਦੇਵ ਦੇ ਸਮੇਂ ਬਹੁਤ ਸਨ, ਉਹਨਾਂ ਨੂੰ ਤੇ ਗੁਰੂ ਪਾਤਸ਼ਾਹ ਜੀ ਨੇ ਗਾਈਡ ਕਰਕੇ ਪਹਾੜਾਂ ਤੋਂ ਥੱਲੇ ਲਾਇਆ। ਧਰਮ ਅਸਥਾਨਾਂ ਦੇ ਵਿੱਚੋਂ ਧਰਮ ਨੂੰ ਬਾਹਰ ਫੀਲਡ ਦੇ ਅੰਦਰ ਲਿਆਂਦਾ ਹੈ ਕਿ ਫੀਲਡ ਦੇ ਅੰਦਰ ਕੰਮ ਕਰੋ, ਸਚਿਆਰ ਬਣੋ, ਮਨ ਬਚਨ ਕਰਮ ਕਰਕੇ ਸੱਚੇ ਹੋ। ਗੁਰੂ ਜੀ ਕਹਿੰਦੇ ਨੇ ਨਾਨਕ ਨਦਰੀ ਪਾਈ ਹੈ, ਨਦਰੀ ਦਾ ਮਤਲਬ ਕਿਰਪਾ। ਇਹ ਦਾਤ ਕਿਰਪਾ ਨਾਲ ਮਿਲਦੀ ਹੈ। ਜੇ ਕਿਰਪਾ ਦੇ ਪਾਤਰ ਨਹੀਂ ਬਣੇ ਤਾਂ ਕੂੜੀ ਕੂੜੇ ਠੀਸ, ਕੂੜੀ ਦਾ ਮਤਲਬ ਝੂਠੀ, ਕੂੜੇ ਦਾ ਮਤਲਬ ਝੂਠੇ ਦੀ, ਠੀਸ ਦਾ ਮਤਲਬ ਗੱਪ। ਗੁਰੂ ਜੀ ਕਹਿੰਦੇ ਨੇ ਇਹ ਦਾਤ ਰੱਬੀ ਰਹਿਮਤ ਦੇ ਨਾਲ ਮਿਲਦੀ ਹੈ। ਤੇ ਜੇ ਕੋਈ ਕਹੇ ਕਿ ਨਹੀਂ ਜੀ ਰਹਿਮਤ ਤੋਂ ਬਿਨਾ, ਰੱਬੀ ਰਜ਼ਾ ਵਿੱਚ ਤੁਰਨ ਤੋਂ ਬਿਨਾ ਮੈਂ ਆਪਣੇ ਯਤਨਾਂ ਨਾਲ ਪਾ ਸਕਣਾ, ਤਾਂ ਗੁਰੂ ਜੀ ਕਹਿੰਦੇ ਨੇ ਝੂਠੇ ਬੰਦੇ ਦੀ ਝੂਠੀ ਗੱਪ ਹੈ। ਨਾਨਕ ਨਦਰੀ ਪਾਈ ਹੈ, ਇੱਕ ਮਿਕਤਾ ਨਦਰੀ ਰਹਿਮਤ ਰਾਹੀਂ ਮਿਲੇਗੀ। ਤੇ ਜੇ ਕੋਈ ਇਹ ਕਹੇ ਕਿ ਮੈਂ ਇਸ ਰਹਿਮਤ ਤੋਂ ਬਿਨਾ ਪਾ ਸਕਦਾ ਹਾਂ, ਆਪਣੀ ਸ਼ਕਤੀ ਨਾਲ ਪਾ ਸਕਦਾ, ਤਾਕਤ ਨਾਲ, ਤਾਂ ਗੁਰੂ ਜੀ ਕਹਿੰਦੇ ਨੇ ਝੂਠੇ ਬੰਦੇ ਦੀ ਝੂਠੀ ਗੱਪ ਹੋਈ। ਹੁਣ ਇੱਥੇ ਨਦਰੀ ਕਿਰਪਾ ਕਿਹਦੇ ਤੇ ਹੋਏਗੀ? ਅਸੀਂ ਨਾ ਆਸਾ ਕੀ ਵਾਰ ਵਿੱਚ ਵਿਚਾਰ ਆਏ ਹਾਂ, ਇਹਨਾਂ ਚੀਜ਼ਾਂ ਦੀ ਲੜੀ ਨੂੰ ਜੋੜ ਕੇ ਰੱਖਣਾ ਹੈ। ਨਦਰੀ ਕਿਵੇਂ, ਨਦਰੀ ਰਹਿਮਤ ਕਿਹਦੇ ਤੇ ਹੋਏਗੀ? ਜਿਹੜਾ ਰੱਬ ਦੀ ਰਜ਼ਾ ਵਿੱਚ ਤੁਰੇਗਾ। ਨਾਨਕ ਸਾ ਕਰਮਾਤ ਸਾਹਿਬ ਤੁਠੇ ਜੋ ਮਿਲੇ, ਆਪਣੇ ਯਤਨਾਂ ਨਾਲ ਤੇ ਜੋ ਅਸੀਂ ਲੈਨੇ ਆ ਤਨਖਾਹ ਲੈਨੇ ਆ ਨਾ। ਤੇ ਜੇ ਕੋਈ ਸਾਡੇ ਕੰਮ ਤੋਂ ਖੁਸ਼ ਹੋ ਜਾਏ, ਫਿਰ ਸਾਨੂੰ ਸਾਡਾ ਬੌਸ ਦੇਵੇ ਕੋਈ ਜ਼ਿਆਦਾ 4 ਪੈਸੇ ਜ਼ਿਆਦਾ ਦੇਵੇ ਜਾਂ ਕੋਈ ਗਿਫਟ ਦੇਵੇ, ਤਾਂ ਉਹਨੂੰ ਅਸੀਂ ਕਵਾਂਗੇ ਨਾ ਗਿਫਟ, ਜੋ ਸਾਡੇ ਕਿਸੇ ਕੰਮ ਤੋਂ ਖੁਸ਼ ਹੋ ਕੇ ਦਿੱਤੀ ਗਈ ਹੋਏ, ਸਾਡੇ ਕੰਮਾਂ ਤੋਂ ਖੁਸ਼ ਹੋ ਕੇ। ਤੇ ਕੰਮ ਕਿਹੜਿਆਂ ਤੋਂ ਖੁਸ਼ ਹੋਏਗਾ? ਰੱਬ ਜੋ ਰਜ਼ਾ ਦੇ ਅੰਦਰ ਕੀਤੇ ਜਾਣਗੇ। ਜੇ ਤੁਸੀਂ ਫਸਲ ਬੀਜਣੀ ਹੈ, ਚੰਗੀ ਫਸਲ ਕਿਸ ਇਨਸਾਨ ਦੀ ਹੋਏਗੀ? ਜਿਹੜਾ ਪੈਲੀ ਨੂੰ ਚੰਗੀ ਤਰ੍ਹਾਂ ਵਾਹੇਗਾ, 2-4 ਸਿੰਗਾਂ ਵੱਧ ਲਾਏਗਾ, ਜਿਹੜਾ ਸਮੇਂ ਸਿਰ ਵੱਤਰ ਦੇ ਉੱਤੇ ਬੀਜ ਬੀਜੇਗਾ, ਫਿਰ ਉਹਦੀ ਰਾਖੀ ਕਰੇਗਾ, ਉਹਦੇ ਚੋਂ ਨਦੀਨ ਕੱਢੇਗਾ, ਉਹਦੀ ਫਸਲ ਹੋਏਗੀ ਨਾ। ਤੇ ਜੇ ਕਿਸੇ ਨੇ ਬੇਮੌਸਮਾ ਬੀਜ ਬੀਜਿਆ ਤਾਂ ਫਿਰ ਤਾਂ ਪੈਲੀ ਕਿਹਦੇ ਤੇ ਖੁਸ਼ ਹੋਏਗੀ? ਕਿਰਪਾ ਕਿਹਦੇ ਤੇ ਹੋਏਗੀ? ਜੋ ਪਾਤਰ ਬਣੇਗਾ। ਬੱਚਿਆਂ ਦੇ ਉੱਤੇ ਮਾਂ ਪਿਓ ਕਿੰਨਾ ਤੇ ਖੁਸ਼ ਹੁੰਦੇ ਨੇ? ਜਿਹੜੇ ਬੱਚੇ ਚੰਗੇ ਕੰਮ ਕਰਦੇ ਨੇ। ਕਿਸ ਬੱਚੇ ਨੂੰ ਵਜ਼ੀਫਾ ਮਿਲਦਾ ਸਕੂਲ ਵਿੱਚ? ਐਵੇਂ ਨਹੀਂ ਨਾ ਕਿਸੇ ਅਮੀਰ ਨੂੰ ਜਾਂ ਗਰੀਬ ਨੂੰ ਮਿਲ ਜਾਂਦਾ। ਜਿਹੜਾ ਬੰਦਾ ਪਾਤਰ ਬਣੇਗਾ। ਤਾਂ ਇੱਥੇ ਨਦਰੀ ਪਾਈਏ ਦਾ ਮਤਲਬ ਰਹਿਮਤ ਰਾਹੀਂ ਇਹ ਦਾਤ ਮਿਲਦੀ ਹੈ। ਜੇ ਕੋਈ ਆਪਣੇ ਉਹਦੇ ਨਾਲ ਕਹੇ ਕਿ ਜ਼ੋਰ ਨਾਲ ਮੈਂ ਰਾਮ ਰਾਮ ਅੱਲਾ ਅੱਲਾ ਕਰਕੇ ਪਾ ਲਵਾਂ, ਤਾਂ ਉਹ ਨਹੀਂ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜਾ ਜੇ ਅਸੀਂ ਉਸ ਪ੍ਰਭੂ ਦੇ ਨਾਲ ਇੱਕਮਿਕ ਹੁੰਦੇ ਹਾਂ, ਉਹਦੀ ਨਦਰ ਦੇ ਪਾਤਰ ਬਣਦੇ ਹਾਂ, ਤਾਂ ਸਾਨੂੰ ਉਹਦੀ ਇੱਕ ਸੁਰਤਾ ਮਿਲ ਸਕਦੀ ਹੈ। ਕੇਵਲ ਲੱਖਾਂ ਲੱਖਾਂ ਵਾਰ ਵੀ ਜੇ ਤੁਸੀਂ ਜ਼ਬਾਨ ਦੇ ਨਾਲ ਗੱਲਾਂ ਕਰੀ ਜਾਓ ਤੇ ਉਹਨਾਂ ਚੀਜ਼ਾਂ ਦੇ ਧਾਰਨੀ ਨਾ ਹੋਵੋ, ਤਾਂ ਫਿਰ ਇਹ ਦਾਤ ਨਹੀਂ ਮਿਲਦੀ। ਤਾਂ ਇਸ ਪੌੜੀ ਚੋਂ ਸਾਨੂੰ ਇਹ ਸਿੱਖਿਆ ਮਿਲ ਰਹੀ ਹੈ ਕਿ ਅਸੀਂ ਕੇਵਲ ਜ਼ਬਾਨੀ ਗੱਲਾਂ ਨਹੀਂ ਕਰਨੀਆਂ, ਸਗੋਂ ਅਸੀਂ ਇੱਕਮਿਕਤਾ, ਆਪਣੀ ਹਉਮੈ ਨੂੰ, ਮੀਨਸ ਆਪਣੀ ਮੱਤ ਨੂੰ, ਆਪਣੇ ਗਲਤ ਵਿਚਾਰਾਂ ਨੂੰ ਤਿਆਗਣਾ ਹੈ ਔਰ ਰੱਬੀ ਰਜ਼ਾ ਦੇ ਅੰਦਰ ਤੁਰਨਾ ਹੈ। ਜੇ ਕੋਈ ਇਹ ਬੰਦਾ ਗੱਲ ਕਹਿੰਦਾ ਕਿ ਰੱਬੀ ਰਜ਼ਾ ਤੋਂ ਬਿਨਾਂ, ਸਿਸਟਮ ਵਿੱਚ ਤੁਰਨ ਤੋਂ ਬਿਨਾਂ ਇਹ ਚੀਜ਼ ਮਿਲ ਸਕਦੀ ਹੈ, ਤਾਂ ਉਹ ਝੂਠੀ ਗੱਪ ਹੋਏਗੀ। ਜੇ ਹੁਣ ਸਾਨੂੰ ਇਸ ਚੀਜ਼ ਦੀ ਸਮਝ ਆ ਜਾਏ ਤਾਂ ਇੱਕ ਤਾਂ ਸਾਡਾ ਆਪਣਾ ਜੀਵਨ ਸੁਧਰੇਗਾ, ਤੇ ਦੂਜਾ ਜੇਕਰ ਅਸੀਂ ਇਸ ਚੀਜ਼ ਨੂੰ ਵੇਖ ਕੇ ਇਸ ਸੰਸਾਰ ਨੂੰ ਵੇਖਣ ਦਾ ਯਤਨ ਕਰਾਂਗੇ, ਤਾਂ ਅਸੀਂ ਇਮੋਸ਼ਨਲ ਬਲੈਕਮੇਲ ਹੋਣ ਤੋਂ ਬਚ ਜਾਵਾਂਗੇ। ਬੇਸ਼ੱਕ ਉਹ ਧਾਰਮਿਕ ਪ੍ਰਚਾਰਕ ਮੈਂ ਤੁਹਾਨੂੰ ਇਮੋਸ਼ਨਲ ਬਲੈਕਮੇਲ ਕਰ ਰਿਹਾ, ਜਾਂ ਕੋਈ ਬਾਬਾ ਕਰ ਰਿਹਾ ਹੈ, ਜਾਂ ਕੋਈ ਹੋਰ ਕਰ ਰਿਹਾ ਹੈ, ਤਾਂ ਸਾਨੂੰ ਸੱਚ ਦਾ ਝੂਠ ਦਾ ਪਤਾ ਲੱਗ ਜਾਏਗਾ
ਦੁਨੀਆ ਦੇ ਵਿੱਚੋਂ ਧਰਮ ਦੇ ਨਾਮ ਤੇ ਠੱਗੀਆਂ ਖਤਮ ਹੋ ਜਾਣਗੀਆਂ। ਦੁਨੀਆ ਦੇ ਅੰਦਰ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਪਰਿਵਾਰਕ, ਵਿਵਹਾਰਕ ਇਕਸੁਰਤਾ ਆਏਗੀ। ਸਾਡੇ ਜੀਵਨ ਦੇ ਅੰਦਰ ਵਿਕਾਸ ਹੋਏਗਾ, ਸਾਨੂੰ ਸੁਖ ਸ਼ਾਂਤੀ ਮਿਲੇਗੀ। ਅਸੀਂ ਅੰਦਰ ਬੈਠੇ ਰੱਬ ਨੂੰ ਪਛਾਣਾਂਗੇ। ਉਹ ਅੰਦਰ ਬੈਠੇ ਜਿਹੜੇ ਉਸ ਰੱਬ ਦੇ ਗੁਣ ਨੇ, ਉਹੀ ਰੱਬ ਹੈ। ਉਹਨਾਂ ਗੁਣਾਂ ਨੂੰ ਅਸੀਂ ਪਾਵਾਂਗੇ, ਉਹਨਾਂ ਗੁਣਾਂ ਦੇ ਵਿੱਚ ਅਸੀਂ ਇੱਕਮਿਕ ਹੋ ਜਾਵਾਂਗੇ। ਮੈਂ ਇੱਥੇ ਹੀ ਸਮਾਪਤੀ ਕਰਦਾ। ਮੈਨੂੰ ਪਾਵਨ ਬਾਣੀ ਦੀ ਇਸ ਤਰ੍ਹਾਂ ਸਮਝ ਆਈ ਹੈ ਤੇ ਜੋ ਮੈਂ ਅਰਥ ਕੀਤੇ ਨੇ ਇਹ ਭਾਈ ਸਾਹਿਬ ਸਿੰਘ ਜੀ ਦੇ ਟੀਕੇ ਵਿੱਚੋਂ ਕੀਤੇ ਗਏ ਹਨ ਤੇ ਮੈਨੂੰ ਇਸ ਤਰ੍ਹਾਂ ਸਮਝ ਆਈ ਹੈ। ਹੋ ਸਕਦਾ ਹੈ ਤੁਹਾਡੇ ਮੇਰੇ ਵਿਚਾਰਾਂ ਵਿੱਚ ਥੋੜਾ ਬਹੁਤਾ ਫਰਕ ਹੋਵੇ ਤੇ ਜੇ ਆਪ ਨੂੰ ਇਹ ਵਿਚਾਰ ਚੰਗੇ ਲੱਗਦੇ ਨੇ ਤਾਂ ਆਪ ਅਪਣਾ ਲਓਗੇ ਤੇ ਜੇ ਕਿਤੇ ਮਤਭੇਦ ਹੈ ਤਾਂ ਫਿਰ ਵੀ ਅਸੀਂ ਸਾਰੇ ਵੀਰ ਭੈਣਾਂ ਹਾਂ, ਇੱਕ ਪਰਿਵਾਰ ਦੇ ਮੈਂਬਰ ਹਾਂ, ਕਿਉਂਕਿ ਹਰ ਇੱਕ ਨੂੰ ਆਪਣੇ ਵਿਚਾਰ ਵੱਖਰੇ ਰੱਖਣ ਦਾ ਅਧਿਕਾਰ ਹੈ। ਪਰ ਅਸੀਂ ਗੁਰਬਾਣੀ ਨੂੰ ਸਮਝਦੇ ਹਾਂ ਤੇ ਪ੍ਰਤੀਤ ਹੁੰਦਾ ਹੈ ਕਿ ਇਹ ਵਿਚਾਰ ਬਿਲਕੁਲ ਗੁਰਮਤਿ ਅਨੁਸਾਰ ਹੈ। ਹੁਕਮ ਰਜ਼ਾਈ ਚੱਲਣਾ ਹੀ ਸਚਿਆਰ ਹੋਣ ਦਾ ਸਾਧਨ ਹੈ। ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਅਸੀਂ ਸਚਿਆਰ ਹੋ ਜਾਵਾਂਗੇ। ਅਗਲੀ ਕਾਰਵਾਈ ਹੁਣ ਭਾਈ ਤਰਲੋਚਨ ਸਿੰਘ ਜੀ ਕਰਨਗੇ। ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਅੱਜ ਅਸੀਂ ਜੋ ਵਿਚਾਰ ਕੀਤੀ ਹੈ ਇਸ ਪੌੜੀ ਦੇ ਅੰਦਰ, ਜੇ ਕਿਸੇ ਵੀਰ ਦਾ ਕੋਈ ਸਵਾਲ ਹੋਏ ਤਾਂ ਪੁੱਛ ਸਕਦਾ ਹੈ। ਆਪਣੇ ਜੇ ਵਿਚਾਰ ਦੇਣੇ ਹੋਣ ਤੇ ਆਪਣੇ ਵਿਚਾਰ ਵੀ ਦੇ ਸਕਦੇ ਹੋ। ਹੋਈਆਂ ਪੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ ਤੁਹਾਡਾ ਹਮੇਸ਼ਾ ਦੀ ਤਰ੍ਹਾਂ। ਤੇ ਅੱਜ ਦੋ ਪੌੜੀਆਂ ਦੀ ਕਥਾ ਹੋਈ ਹੈ ਜੀ, 31 ਤੇ 32 ਦੀ ਜਪਜੀ ਸਾਹਿਬ ਜੀ ਦੀ, ਤੇ ਅਸੀਂ ਸਾਰਿਆਂ ਨੇ ਸੁਣ ਲਈ ਆ। ਤੇ ਜੇ ਜਿੱਦਾਂ ਗਿਆਨੀ ਜੀ ਨੇ ਕਿਹਾ, ਜੇ ਤੁਹਾਡੇ ਕੋਈ ਵਿਚਾਰ ਹੋਣ ਤਾਂ ਉਹ ਤੁਸੀਂ ਉਹਨਾਂ ਦੇ ਨਾਲ ਸਾਂਝੇ ਕਰ ਸਕਦੇ ਆ। ਜੇ ਕੋਈ ਕੁਐਸਚਨ ਹੋਵੇ ਉਹ ਵੀ ਤੁਸੀਂ ਪੁੱਛ ਸਕਦੇ ਆ, ਤੇ ਜੇ ਕੋਈ ਸਲਾਹ ਮਸ਼ਵਰਾ ਹੋਵੇ ਉਹ ਵੀ ਤੁਸੀਂ ਦੱਸ ਸਕਦੇ ਆ। ਤੇ ਤੁਸੀਂ ਅਨਮਿਊਟ ਹੋ ਜਾਓ ਜਿਹਨੇ ਵੀ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ। ਤੇ ਸਾਡੇ ਨਾਲ ਭੈਣ ਪ੍ਰਕਾਸ਼ ਕੌਰ, ਉਹਨਾਂ ਨੇ ਹੱਥ ਕੀਤਾ ਹੈ ਜੀ, ਹੈਂਡ ਅਪ, ਤੇ ਤੁਸੀਂ ਗੱਲ ਕਰ ਲਓ ਜੀ ਪ੍ਰਕਾਸ਼ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਭੈਣ। ਹਾਂਜੀ, ਤੁਸੀਂ ਕੂੜੀ ਕੂੜੇ ਠੀਸ, ਇਸਦਾ ਮਤਲਬ ਕੀ ਹੈ? ਉਹਦਾ ਮਤਲਬ ਮੈਨੂੰ ਸਮਝ ਨਹੀਂ ਆਈ। ਹਾਂਜੀ, ਕੂੜੀ ਦਾ ਮਤਲਬ ਭੈਣ ਹੈਗਾ ਝੂਠੀ। ਅੱਛਾ। ਕੂੜੇ ਦਾ ਮਤਲਬ ਝੂਠੇ ਦੀ। ਅੱਛਾ। ਠੀਸ ਦਾ ਮਤਲਬ ਗੱਪ। ਠੀਸ ਦਾ ਮਤਲਬ ਕੀ? ਇਹਦਾ ਠੀਸ ਦਾ ਮਤਲਬ ਗੱਪ। ਗੱਪ। ਅੱਛਾ। ਅਸੀਂ ਗੱਪਾਂ ਨਹੀਂ ਮਾਰਦੇ, ਝੂਠ ਬੋਲਦੇ ਆ। ਝੂਠ, ਫਿਰ ਪੂਰਾ ਸੈਂਟੈਂਸ ਕਿਸ ਤਰ੍ਹਾਂ? ਝੂਠ ਮਤਲਬ ਝੂਠ ਬੋਲਦੇ ਆ, ਝੂਠ ਨਾਲ। ਇਹਦਾ ਪੂਰੇ ਦਾ ਅਰਥ ਇਹ ਹੋਏਗਾ ਕਿ ਜੇ ਕੋਈ ਬੰਦਾ ਇਹ ਕਹੇ ਕਿ ਰੱਬੀ ਰਜ਼ਾ ਵਿੱਚ ਤੁਰਨ ਤੋਂ ਬਿਨਾਂ ਵੀ ਮੈਨੂੰ ਇਸ ਤਰ੍ਹਾਂ ਬਾਰ-ਬਾਰ ਰਟਨ ਕਰਨ ਨਾਲ ਮਿਲ ਸਕਦਾ ਹੈ, ਤਾਂ ਇਹ ਝੂਠੇ ਦੀ ਝੂਠੀ ਗੱਪ ਹੋਈ, ਯਾਨੀ ਬਹੁਤ ਵੱਡਾ ਝੂਠ ਹੋਏਗਾ। ਝੂਠ ਗੱਪ ਹੋਇਆ। ਅੱਛਾ, ਝੂਠੀ। ਹਾਂਜੀ, ਕਿ ਰੱਬ ਦੇ ਰਜ਼ਾ ਵਿੱਚ ਤੁਰਨ ਤੋਂ ਬਿਨਾਂ ਕੁਛ ਪ੍ਰਾਪਤੀ ਨਹੀਂ ਹੋ ਸਕਦੀ। ਜੇ ਕੋਈ ਕਹਿੰਦਾ ਹੈ ਕਿ ਮੈਂ ਕਰ ਸਕਣਾ ਕਾਨੂੰਨ ਤੋਂ ਬਾਅਦ ਜਾਂ ਨਿਯਮ ਤੋਂ ਬਾਹਰ, ਤਾਂ ਉਹ ਇੱਕ ਝੂਠ ਹੋਏਗਾ ਬਹੁਤ। ਅੱਛਾ, ਥੈਂਕ ਯੂ ਜੀ। ਧੰਨਵਾਦ। ਧੰਨਵਾਦ, ਥੈਂਕ ਯੂ। ਮਿਹਰਬਾਨੀ ਜੀ। ਹੋਰ ਕੋਈ ਅਨਮਿਊਟ ਨਹੀਂ ਜੀ ਹੈਗਾ? ਜੇ ਹੋਣਾ ਕਿਸੇ ਨੇ ਤਾਂ ਹੁਣੇ ਹੋ ਜਾਓ ਜੀ, ਫਿਰ ਅਦਰਵਾਈਜ਼ ਅਸੀਂ ਸਮਾਪਤੀ ਕਰ ਦੇਣੀ ਆ। ਤੇ ਹੋਰ ਤਾਂ ਇਸ ਵੇਲੇ ਹੈ ਨਹੀਂ ਜੀ ਕੋਈ ਵੀ ਗਿਆਨੀ ਜੀ, ਤੇ ਆਪਾਂ ਫਿਰ ਸਮਾਪਤੀ ਕਰ ਦਿੰਦੇ ਜੀ ਇੱਥੇ ਹੀ। ਮੈਨੂੰ ਲੱਗਦਾ ਤੁਸੀਂ ਸਾਰੇ ਮਤਲਬ ਸਮਝ ਲਈ ਸਾਰੀ ਗੱਲਬਾਤ, ਜਿਨ੍ਹਾਂ ਨੇ ਵੀ ਸੁਣੀ ਹੈ। ਤੇ ਹਾਂਜੀ, ਹਾਂ, ਮੇਰੇ ਖਿਆਲ 'ਚ ਕੋਈ ਅਨਮਿਊਟ ਨਹੀਂ ਹੈ। ਨਹੀਂ ਹੈ ਨਹੀਂ ਕੋਈ ਜੀ ਅਨਮਿਊਟ ਹੈ ਨਹੀਂ। ਵਿਰਕ ਜੀ ਹੋਏ ਨੇ ਅਨਮਿਊਟ। ਹਾਂਜੀ, ਵਿਰਕ ਸਾਹਿਬ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ, ਫਤਿਹ। ਮੈਂ ਕਿਹਾ ਬਾਬਾ ਜੀ, ਭਾਈ ਸਾਹਿਬ ਨਾਲ ਪਹਿਲਾਂ ਗੱਲ ਕਰ ਰਹੇ ਜਦੋਂ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ, ਸੱਚ ਤੇ ਝੂਠ ਤੇ। ਹਾਂਜੀ। ਵੀ ਸੱਚ ਨੇ ਝੂਠ ਨਹੀਂ ਬੋਲਣਾ ਚਾਹੀਦਾ, ਜਾਂ ਸੱਚ ਵੀ ਕਈ ਵਾਰੀ ਸੱਚ ਵੀ ਖਤਰਨਾਕ ਹੁੰਦਾ ਬੋਲਣਾ। ਮੈਂ ਭਾਈ ਸਾਹਿਬ ਨੂੰ ਕਹਿੰਦਾ ਸੀ ਬਾਬਾ ਜੀ ਨੂੰ ਪੁੱਛਾਂਗੇ ਵੀ ਸੱਚ ਬੋਲਣ ਪਿੱਛੇ ਮਕਸਦ ਕੀ ਆ ਜਾਂ ਝੂਠ ਬੋਲਣ ਪਿੱਛੇ ਮਕਸਦ ਕੀ ਆ, ਉਹਦੇ ਵਿੱਚ ਡਿਪੈਂਡ ਕਰਦਾ ਕਈ ਵਾਰੀ। ਨਹੀਂ, ਉਹਦੇ ਵਿੱਚ ਜਿਹੜਾ ਸੱਚ ਹੈ ਨਾ, ਦੇਖੋ ਗੱਲ ਤਾਂ ਤੁਹਾਡੇ ਵਾਲੀ ਬਿਲਕੁਲ ਠੀਕ ਹੈ ਵੀ ਸੱਚ ਦੇ ਪਿੱਛੇ ਕੋਈ ਸਵਾਰਥ ਤੇ ਨਹੀਂ। ਜੇ ਸਵਾਰਥ ਕਰਕੇ ਸੱਚ ਬੋਲ ਰਹੇ ਆ ਤਾਂ ਗੜਬੜ ਹੈ। ਹਾਂਜੀ। ਤੇ ਜੇ ਝੂਠ ਸਵਾਰਥ ਕਰਕੇ ਬੋਲ ਰਹੇ ਆ ਤਾਂ ਗੜਬੜ ਹੈ। ਜਿਵੇਂ ਹੁਣ ਗੰਗੂ ਸੱਚ ਬੋਲਦਾ ਹੈ। ਹਾਂਜੀ। ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਮੇਰੇ ਘਰ ਵਿੱਚ ਨੇ, ਤਾਂ ਉਹਦੇ ਪਿੱਛੇ ਭਾਵਨਾ ਜਿਹੜੀ ਉਹਦੀ ਸੱਚੀ ਨਹੀਂ ਹੈ, ਤਾਂ ਸੱਚ ਦੇ ਪਿੱਛੇ ਸਾਡੀ ਭਾਵਨਾ ਸੱਚੀ ਹੋਣੀ ਚਾਹੀਦੀ ਜ਼ਰੂਰ। ਗਨੀ ਖਾਂ ਔਰ ਨਬੀ ਖਾਂ ਝੂਠ ਬੋਲਦੇ ਨੇ। ਉਹ ਇਹ ਕਹਿ ਰਹੇ ਨੇ, ਜੇ ਅਸੀਂ ਦੁਨਿਆਵੀ ਤੌਰ ਤੇ ਸੋਚੀਏ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ, ਇਹ ਉੱਚ ਦਾ ਪੀਰ ਹੈ, ਤਾਂ ਉਹਨਾਂ ਦੀ ਭਾਵਨਾ ਬੜੀ ਮਹਾਨ ਹੈ ਕਿ ਜੇ ਅੱਜ ਗੁਰੂ ਗੋਬਿੰਦ ਸਿੰਘ ਜੀ ਬਚਣਗੇ ਤਾਂ ਮਤਲਬ ਦੁਨੀਆ ਦੇ ਉੱਤੇ ਧਰਮ ਜਾਂ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲਾ ਕੋਈ ਬੰਦਾ ਬਚੇਗਾ। ਤਾਂ ਭਾਵਨਾ ਸੱਚੀ ਚਾਹੀਦੀ ਹੈ। ਪਿੱਛੇ ਇਰਾਦਾ ਕੀ ਹੈ, ਉਹਦੇ ਬੈਕਗਰਾਉਂਡ ਕੀ ਉਹਦੇ ਪਿੱਛੇ।
ਉਹ ਸੱਚਾ ਚਾਹੀਦਾ, ਉਹ ਮਹਾਨ ਚਾਹੀਦਾ। ਠੀਕ ਹੈ ਜੀ। ਨਾ ਸਾਨੂੰ ਸੱਚ ਚਾਹੀਦਾ, ਬਿਲਕੁਲ ਝੂਠ ਨਹੀਂ ਬੋਲਣਾ ਚਾਹੀਦਾ, ਲੇਕਿਨ ਉਹਦੇ ਪਿੱਛੇ ਬੈਕਗ੍ਰਾਉਂਡ ਜਿਹੜਾ ਉਹ ਵੀ ਸੱਚਾ ਔਰ ਮਹਾਨ ਪਰਉਪਕਾਰ ਵਾਲਾ। ਇਹ ਗੱਲ ਚੱਲਦੀ ਸੀਗੀ ਜੀ ਉਸ ਵੇਲੇ। ਉਹਦਾ ਵੈਸੇ ਸਾਡਾ ਸ਼ੁਗਲ ਹੀ ਚੱਲਦਾ ਸੀਗਾ, ਵਿਰਕ ਸਾਹਿਬ ਨੇ ਪਿਕ ਕਰ ਲਈ, ਬਹੁਤ ਵਧੀਆ ਕੀਤਾ ਜੀ, ਕਿਉਂਕਿ ਸਾਨੂੰ ਰਿਮਾਈਂਡਰ ਚਾਹੀਦੇ ਆ ਇਦਾਂ ਦੇ ਰੋਜ਼ ਵੀ ਅਸੀਂ ਝੂਠ ਬੋਲਦੇ ਜਾਂ ਸੱਚ ਬੋਲਦੇ ਹਾਂ। ਕਈ ਵਾਰੀ ਸੱਚ ਵੀ ਅਗਲੇ ਨੂੰ ਦੁਖੀ ਕਰਨ ਵਾਸਤੇ ਬੋਲ ਲੈਣ ਜਾਂ ਆਪਣਾ ਸਵਾਰਥ ਹੁੰਦਾ। ਵਧੀਆ ਹੋਇਆ ਤੁਸੀਂ ਕਲੀਅਰ ਕਰ ਦਿੱਤੀ ਜੀ ਗੱਲ। ਮੈਂ ਸਾਰੀ ਗੱਲ ਨਹੀਂ ਸੁਣੀ ਉਦਾਂ, ਪਰ ਇੰਨੀ ਕਿ ਬਾਹਰ ਦੇ ਵਿੱਚ ਜੁੜਿਆ ਜਦੋਂ ਮੈਂ ਉਹ ਸੱਚ ਝੂਠ ਤੇ ਗੱਲ ਚੱਲ ਰਹੀ ਸੀ ਉਹ ਫਿਰ ਸਾਰੀ ਗੱਲ ਕਹਿੰਦੇ ਨਾ ਵੀ ਕੋਈ ਨੀ, ਗਿਆਨੀ ਜੀ ਆਉਂਦੇ ਵੀ ਉਹਨਾਂ ਨੂੰ ਪੁੱਛਦੇ ਆ। ਤੁਸੀਂ ਵਧੀਆ ਹੋ ਗਿਆ ਜੀ, ਪੁੱਛ ਲਿਆ, ਅਸੀਂ ਤਾਂ ਪੁੱਛਣਾ ਨਹੀਂ ਸੀਗਾ। ਮੈਂ ਕਿਹਾ ਸੌਰੀ, ਮੈਂ ਤੁਹਾਡੇ ਹਾਸੇ ਮਜ਼ਾਕ ਵਿੱਚ ਥੋੜਾ ਜਿਹਾ ਸ਼ਾਮਲ ਲੇਟ ਹੁੰਦਾ ਵਾ ਤੇ ਮੈਨੂੰ ਪਹਿਲਾਂ ਹੋਣਾ ਚਾਹੀਦਾ। ਬਹੁਤ ਨਹੀਂ ਕੋਈ ਗੱਲ ਨਹੀਂ ਜੀ, ਵਧੀਆ ਰੌਣਕ ਲੱਗੀ ਹੁੰਦੀ ਹੈ। ਹਾਂਜੀ ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ ਹੁੰਦੀ ਜੀ। ਉਹਦੇ ਵਿੱਚ ਕਈ ਵਾਰੀ ਸ਼ੁਗਲ ਦੇ ਵਿੱਚ ਕੋਈ ਆਪਸ ਵਿੱਚ ਗੱਲ ਕਰ ਲਈਦੀ ਆ, ਪਰ ਵਿਰਕ ਉਹਨਾਂ ਨੇ ਵਧੀਆ ਕੀਤਾ ਜੀ, ਪਿਕ ਕਰ ਲਈ ਉਹ ਗੱਲ। ਬਹੁਤ ਨੋਟੇਬਲ ਗੱਲ ਸੀਗੀ ਦਾ ਸੱਚ ਤੇ ਝੂਠ ਦੀ। ਤੇ ਉਹਦੇ ਵਿੱਚ ਸ਼ੁਗਲ ਦੇ ਵਿੱਚ ਇਹ ਕਿਹਾ ਗਿਆ ਸੀਗਾ ਜੀ ਕੋਈ ਗੱਲ ਨਹੀਂ ਜੀ, ਗਿਆਨੀ ਆਉਂਦੇ ਆ ਤਾਂ ਉਹਨਾਂ ਦੇ ਨਾਲ ਅਸੀਂ ਬੈਠ ਕੇ ਗੱਲ ਕਰਦੇ ਹਾਂ, ਉਹਨਾਂ ਨੂੰ ਪੁੱਛਾਂਗੇ, ਤੇ ਵਿਰਕ ਉਹਨਾਂ ਨੇ ਪੁੱਛ ਹੀ ਲਿਆ ਤੁਹਾਨੂੰ। ਚਲੋ ਧੰਨਵਾਦ ਜੀ, ਧੰਨਵਾਦ। ਅੱਛਾ ਜੀ, ਫਿਰ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ। ਧੰਨਵਾਦ ਜੀ ਵਿਰਕ ਸਾਹਿਬ ਤੇ ਬਾਕੀ ਸਾਰੀਆਂ ਸੰਗਤਾਂ ਦਾ ਸੁਣਨ ਦਾ, ਦੇਖਣ ਦਾ, ਸਮਝਣ ਦਾ ਧੰਨਵਾਦ। ਤੇ ਆਪਾਂ ਕੱਲ ਨੂੰ ਇਸੇ ਟਾਈਮ ਤੇ ਆਵਾਂਗੇ ਜੀ, ਮੁੜ ਕੇ 2 ਵਜੇ ਇੱਥੇ ਦੇ ਟਾਈਮ ਦੇ ਮੁਤਾਬਕ। ਤੇ ਹੁਣ ਲਓ ਇਜਾਜ਼ਤਾਂ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।